ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ, ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਪ੍ਰੋਗਰਾਮ ਐਡਮਿੰਟਨ ਡੇਅ ਲੈ ਕੇ ਹਾਜ਼ਰ ਹਾਂ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਹਫ਼ਤਾਵਾਰੀ ਜਿਹੜੇ ਮਹਿਮਾਨ ਆਉਂਦੇ ਹਨ, ਸਰਦਾਰ ਗੁਰਿੰਦਰ ਸਿੰਘ ਜੀ, ਇਹਨਾਂ ਨਾਲ ਅਸੀਂ ਵੱਖ-ਵੱਖ ਮੁੱਦਿਆਂ ਉੱਪਰ ਗੱਲਬਾਤ ਕਰਨੀ ਹੈ, ਜਿਨ੍ਹਾਂ ਵਿੱਚੋਂ ਮੁੱਖ ਮੁੱਦੇ ਹਨ SGPC ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕੀਤਾ ਹੈ ਪਰਮਿੰਦਰ ਸਿੰਘ ਢੀਂਡਸਾ ਨੇ। ਇਸੇ ਤਰ੍ਹਾਂ ਕਿਰਸਾਨੀ ਅੰਦੋਲਨ ਦੀ ਗੂੰਜ ਪਾਰਲੀਮੈਂਟ ਦੇ ਦੋਨਾਂ ਸਦਨਾਂ ਦੇ ਵਿੱਚ ਸੁਣਨ ਨੂੰ ਮਿਲੀ। ਨਵਦੀਪ ਕੌਰ ਨੂੰ ਲੈ ਕੇ ਕੀ ਅਪਡੇਟਸ ਨੇ, ਔਰ ਜਿਹੜੀਆਂ ਉੱਥੇ ਸਥਾਨਕ ਚੋਣਾਂ ਹੋਣ ਵਾਲੀਆਂ ਨੇ ਪੰਜਾਬ ਦੇ ਵਿੱਚ, ਉਹਨਾਂ ਦੀ ਕੀ ਅਪਡੇਟ ਆ, ਇਸ ਬਾਬਤ ਅੱਜ ਅਸੀਂ ਗੁਰਿੰਦਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ। ਆਓ ਜੀ ਪਹਿਲਾਂ ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਭਾਜੀ ਜੀ ਆਇਆਂ ਨੂੰ। ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਜਿਹੜੀ ਗੱਲਬਾਤ ਦੀ ਸ਼ੁਰੂਆਤ ਆ, ਹਾਂਜੀ, ਉਹ ਕਰਦੇ ਹਾਂ ਕਿ ਕੈਨੇਡੀਅਨ ਗੌਰਮੈਂਟ ਵੱਲੋਂ ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨਸ ਨੇ, ਹਾਂਜੀ, ਉਹ ਲਗਾਉਣ ਬਾਰੇ ਪ੍ਰੋਸੈਸ ਕਾਫੀ ਲੰਬੇ ਅਰਸੇ ਤੋਂ ਚੱਲ ਰਿਹਾ ਸੀਗਾ। ਬਿਲਕੁਲ ਜੀ। ਜਿਹੜੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ, ਟਾਈਮ ਟੂ ਟਾਈਮ ਸਾਨੂੰ ਉਹ ਅਵੇਅਰ ਕਰਦੇ ਰਹਿੰਦੇ ਨੇ ਇਹ ਗੱਲਾਂ ਬਾਤਾਂ ਬਾਰੇ। ਬਿਲਕੁਲ ਜੀ। ਅੱਜ ਉਹਨਾਂ ਨੇ ਅਨਾਊਂਸ ਕਰ ਦਿੱਤਾ ਫਾਰਮਲੀ ਕਿ 22 ਫਰਵਰੀ ਤੋਂ ਜਿਹੜੇ ਵੀ ਆਊਟ ਆਫ ਕੈਨੇਡਾ ਤੋਂ ਆ ਰਹੇ ਨੇ ਬਾਈ ਏਅਰ, ਹਾਂਜੀ, ਉਹਨਾਂ ਲਈ 3 ਦਿਨ ਦਾ ਜਿਹੜਾ ਕੁਆਰੰਟਾਈਨ ਹੈ ਉਹ ਕੰਪਲਸਰੀ ਹੋਵੇਗਾ। ਠੀਕ ਹੈ ਜੀ। ਏਅਰਪੋਰਟ ਦੇ ਉੱਪਰ ਤੁਹਾਨੂੰ ਟੈਸਟ ਵੀ ਕਰਾਉਣਾ ਪਵੇਗਾ ਕੋਵਿਡ ਦਾ। ਠੀਕ ਹੈ ਜੀ। ਔਰ ਆਪਣੇ ਖਰਚੇ ਤੇ। ਠੀਕ ਹੈ ਜੀ। ਹੋਟਲ ਦੇ ਵਿੱਚ ਵੀ ਰਹਿਣਾ ਪਵੇਗਾ। ਵਾਹ ਜੀ ਵਾਹ। ਸੋ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਨੇ, ਇਹਨਾਂ ਦੇ ਸਬੰਧ ਦੇ ਵਿੱਚ ਲੋਕਾਂ ਦੀਆਂ ਪੋਜ਼ਿਟਿਵ ਨੈਗੇਟਿਵ ਰਿਐਕਸ਼ਨਸ ਆ ਰਹੀਆਂ ਨੇ। ਸੋ ਤੁਸੀਂ ਕੀ ਸੋਚਦੇ ਜੀ ਇਸ ਬਾਰੇ? ਬਿਨਾਂ ਸ਼ੱਕ ਜੀ ਇਹ ਥੋੜ੍ਹੀ ਜਿਹੀਆਂ ਸਖਤ ਰਿਸਟ੍ਰਿਕਸ਼ਨਸ ਲੱਗ ਰਹੀਆਂ ਨੇ ਜੀ। ਉਹ ਇਸ ਕਰਕੇ ਵੀ ਲੱਗ ਰਹੀਆਂ ਕਿ ਹੁਣ ਜਿਹੜਾ ਸਮੁੱਚੀ ਦੁਨੀਆ ਦੇ ਵਿੱਚ ਇੱਕ ਇਹ ਆਪਣੀ ਗੱਲ ਥੋੜ੍ਹੀ ਜਿਹੀ ਲੱਗ ਰਹੀ ਹੈ ਕਿ ਸ਼ਾਇਦ ਇਹ ਜਿਹੜੀ ਬਿਮਾਰੀ ਹੈ ਇਹਦਾ ਥੋੜ੍ਹਾ ਜਿਹਾ ਜ਼ੋਰ ਘਟ ਗਿਆ ਹੈ ਜੀ। ਦੂਸਰੀ ਗੱਲ ਇਹ ਕਿ ਵੈਕਸੀਨ ਆ ਗਈ ਹੈ, ਚਲੋ ਕਿਤੇ ਦੇਰੀ ਨਾਲ, ਕਿਤੇ ਜਲਦੀ, ਲੇਕਿਨ ਪਹੁੰਚ ਰਹੀ ਹੈ। ਲੇਕਿਨ ਕੈਨੇਡਾ ਦੇ ਵਿੱਚ ਇਸ ਗੱਲ ਦਾ ਪ੍ਰੈਸ਼ਰ ਜਿਹੜਾ ਸੀਗਾ, ਕਿਉਂਕਿ ਦੁਨੀਆ ਦੇ ਕਾਫੀ ਸਾਰੇ ਕੰਟਰੀ ਨੇ, ਅਗਰ ਅਸੀਂ ਇੰਡੀਆ ਦੀ ਗੱਲ ਹੀ ਕਰ ਲਈਏ ਤਾਂ ਉੱਥੇ ਜਿਹੜਾ ਰੇਟ ਹੈ, ਜਿਹੜੀ ਆਪਣੇ ਵਾਇਰਸ ਦੀ ਜਿਹੜੀ ਸਪਰੈਡ ਹੈ, ਉਹ ਕਾਫੀ ਕੰਟਰੋਲਡ ਹੈ ਜੀ। ਲੇਕਿਨ ਐਜ਼ ਕੰਪੇਅਰ ਟੂ ਇੰਡੀਆ, ਅਗਰ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ, ਅਸੀਂ ਆਟੇ 'ਚ ਲੂਣ ਵੀ ਨਹੀਂ ਜਿਹੜੀ ਸਾਡੀ ਆਬਾਦੀ ਹੈ, ਲੇਕਿਨ ਸਾਡੇ ਸ਼ਹਿਰਾਂ ਦੇ ਵਿੱਚ ਅਜੇ ਤੱਕ ਵੀ ਕਰੋਨਾ ਦੇ ਨਾਲ ਕਾਫੀ ਬੰਦੇ ਇਨਫੈਕਟਡ ਨੇ। ਇਹ ਠੀਕ ਹੈ ਕਿ ਅਗਰ ਅਸੀਂ ਅੱਜ ਤੋਂ 1 ਮਹੀਨਾ ਪਹਿਲਾਂ ਦੀ ਗੱਲ ਕਰੀਏ ਤਾਂ ਕਾਫੀ ਸਿਚੁਏਸ਼ਨ ਬੈਟਰ ਹੈ, ਹੌਸਪੀਟਲਸ ਦੇ ਵਿੱਚ ਵੀ ਸਿਚੁਏਸ਼ਨ ਇੰਪਰੂਵਮੈਂਟਸ ਹੋ ਰਹੀਆਂ ਨੇ। ਪਰ ਮੇਜਰ ਗੱਲ ਇਹ ਹੈ ਜੀ ਕਿ ਅਗਰ ਜਿੰਨੀ ਦੇਰ ਇਸ ਬਿਮਾਰੀ 'ਤੇ ਪੂਰਾ ਕੰਟਰੋਲ ਨਹੀਂ ਹੁੰਦਾ, ਅਸੀਂ ਨਾ ਆਪਣੇ ਸਕੂਲ, ਯੂਨੀਵਰਸਿਟੀਜ਼, ਬਿਜ਼ਨੈਸਿਸ, ਅਸੀਂ ਉਹਨਾਂ ਨੂੰ ਖੋਲ੍ਹ ਨਹੀਂ ਸਕਦੇ। ਸੋ ਉਹਦੇ ਲਈ ਮੈਨੂੰ ਲੱਗਦਾ ਕਿ ਇਹ ਜਿਹੜੀ ਰਿਸਟ੍ਰਿਕਸ਼ਨ, ਇੱਕ ਤਾਂ ਇਹ ਕਾਰਨ ਹੈ ਕਿ ਕੁਝ ਇਸ ਤਰ੍ਹਾਂ ਦੇ ਸਟ੍ਰਿਕਟ ਮੇਜਰ ਲੈਣ ਦੀ ਜ਼ਰੂਰਤ ਸੀ ਜਿਹਦੇ ਨਾਲ ਘੱਟੋ ਘੱਟ ਇੱਕ ਸਾਈਕਲ ਬ੍ਰੇਕ ਹੋਵੇ, ਇੱਕ ਚੇਨ ਬ੍ਰੇਕ ਹੋਵੇ। ਦੂਜੀ ਮੈਨੂੰ ਲੱਗਦਾ ਕਿ ਅਸੀਂ ਖਬਰਾਂ ਜਿਹੜੀਆਂ ਆਪਣੇ ਗਾਹੇ ਸੁਣਦੇ ਆ ਰਹੇ ਹਾਂ ਭਈ ਕੁਝ ਸਾਡੇ ਵੱਖ-ਵੱਖ ਸਰਕਾਰਾਂ ਦੇ ਨੁਮਾਇੰਦੇ, ਉਹਨਾਂ ਨੇ ਵੀ ਜਿਹੜੇ ਇਹ ਕਾਨੂੰਨ ਸਨ ਸਰਕਾਰ ਵੱਲੋਂ ਬਣਾਏ ਗਏ, ਉਹਨਾਂ ਦੀ ਪਰਵਾਹ ਨਹੀਂ ਕੀਤੀ, ਰਿਸਟ੍ਰਿਕਸ਼ਨਾਂ ਦੀ ਪਰਵਾਹ ਨਹੀਂ ਕੀਤੀ। ਕਈ ਬੇਲੋੜੇ ਕਾਰਨਾਂ ਕਰਕੇ ਘੁੰਮਣ ਫਿਰ, ਕਿਉਂਕਿ ਛੁੱਟੀਆਂ ਮਨਾਉਣ ਚਲ ਗਏ ਜੀ, ਕਿਉਂਕਿ ਮਜਬੂਰੀ ਜਿਹੜੀ ਹੈ ਹੋ ਸਕਦੀ ਹੈ, ਹਾਂਜੀ, ਕਿਸੇ ਵਿਅਕਤੀ ਨੂੰ ਕੋਈ ਫੈਮਿਲੀ ਐਮਰਜੈਂਸੀ ਹੋ ਸਕਦੀ ਹੈ, ਉਹ ਇੱਕ ਵੱਖਰੀ ਗੱਲ ਹੈ। ਲੇਕਿਨ ਅਗਰ ਤੁਸੀਂ ਬਿਨਾਂ ਵਜ੍ਹਾ ਜਾਂ ਬਿਨਾਂ ਕਿਸੇ ਸੋਲਿਡ ਰੀਜ਼ਨ ਦੇ, ਜਾਂ ਫਿਰ ਜਸਟ ਆਪਣੇ ਫਨ ਲਈ ਜਾਂ ਲੇਅਰ ਲਈ ਤੁਸੀਂ ਰੂਲ ਬ੍ਰੇਕ ਕਰਦੇ ਹੋ, ਤਾਂ ਇਹ ਕੋਈ ਚੰਗੀ ਗੱਲ ਨਹੀਂ। ਸੋ ਮੈਨੂੰ ਲੱਗਦਾ ਕਿ ਇਹ ਸਾਰੇ ਕੁਝ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਥੋੜ੍ਹਾ ਜਿਹਾ ਸਖਤ ਸਟੈਪ ਜ਼ਰੂਰ ਲੱਗਦਾ ਹੈ, ਕਿਉਂਕਿ ਅਗਰ ਤੁਸੀਂ 3 ਦਿਨ ਕੁਆਰੰਟਾਈਨ ਕਰਦੇ ਹੋ ਹੋਟਲ ਦੇ ਵਿੱਚ ਆਪਣੇ ਖਰਚੇ 'ਤੇ, ਇਸ ਤੋਂ ਇਲਾਵਾ ਫਿਰ ਤੁਸੀਂ ਟੈਸਟ ਵੀ ਕਰਵਾਉਂਦੇ ਹੋ, ਤੇ ਡੈਫੀਨੇਟਲੀ ਮੇਰਾ ਖਿਆਲ ਹੈ $1,500-2,000 ਦਾ ਖਰਚਾ ਹੋਵੇਗਾ। 2,000 ਦਾ ਅਨੁਮਾਨ ਜਿਹੜਾ ਜੀ ਕੈਨੇਡੀਅਨ ਸਰਕਾਰ ਵੱਲੋਂ ਦਿੱਤਾ ਗਿਆ, ਉਹ ਦਿੱਤਾ ਗਿਆ ਹੈ। ਤੇ ਕਈ ਵਾਰੀ ਤੇ ਜਿਹੜੇ ਮੇਰੇ ਖਿਆਲ ਸੱਜਣ ਜਾਂਦੇ ਨੇ ਘੁੰਮਣ, ਮੈਨੂੰ ਲੱਗਦਾ ਕਿ ਉਹ ਅਗਰ 2-4 ਦਿਨ ਦਾ ਪੈਕੇਜ ਲੈ ਕੇ ਕਿਤੇ ਘੁੰਮਣ ਜਾਂਦੇ ਨੇ ਤਾਂ ਉਹਦਾ ਟੋਟਲ ਖਰਚਾ ਵੀ 2,000 ਨਹੀਂ ਹੁੰਦਾ ਜੀ। ਤੇ ਬਾਕੀ ਇਹ ਹੈ ਕਿ ਇਹ ਹੁਣ ਸਮਾਂ ਦੱਸੇਗਾ ਕਿ ਸਾਡੀ ਜਿਹੜੀ ਏਅਰਲਾਈਨ ਇੰਡਸਟਰੀ ਹੈ ਉਹ ਆਲਰੇਡੀ ਸਾਰੀ ਦੁਨੀਆ ਦੀ ਵੈਸੇ ਤਾਂ ਸਟਰਗਲ ਕਰ ਰਹੀ ਹੈ, ਤੇ ਉਹਨਾਂ ਨੂੰ ਉਹ ਇਸ ਨੂੰ ਕਿਸ ਤਰ੍ਹਾਂ ਲੈਂਦੇ ਨੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਪ੍ਰਭਾਵ ਪੈ ਸਕਦਾ ਉਸ ਦੇ ਉੱਪਰ, ਇਸ ਦਾ ਥੋੜ੍ਹਾ ਜਿਹਾ ਐਡਵਰਸ ਇਫੈਕਟ ਜ਼ਰੂਰ ਹੋਏਗਾ। ਭਾਜੀ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਹਾਂਜੀ। ਭਾਰਤ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਇੱਕ ਟਵੀਟ ਕੀਤਾ ਗਿਆ, ਹਾਂਜੀ, ਕਿ ਮੇਰੇ ਅਜ਼ੀਜ਼ ਦੋਸਤ, ਹਾਂਜੀ, ਮੇਰੇ ਪਰਮ ਮਿੱਤਰ ਜਸਟਿਨ ਟਰੂਡੋ, ਜਿਹੜੇ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ, ਬਿਲਕੁਲ ਜੀ, ਉਹਨਾਂ ਨਾਲ ਮੇਰੀ ਗੱਲਬਾਤ ਹੋਈ ਹੈ, ਔਰ ਅਸੀਂ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ
ਕਿ ਤੁਹਾਨੂੰ ਜਿਹੜੀ ਇੰਡੀਆ ਵਿੱਚ ਬਣੀ ਵੈਕਸੀਨ ਆ ਉਹ ਹਾਂਜੀ ਪੁੱਜਦਾ ਕੀਤੀ ਜਾਵੇ। ਬਿਲਕੁਲ ਜੀ। ਸੋ ਇਹ ਜਿਹੜਾ ਪ੍ਰਕਰਨ ਆ ਸਾਰਾ, ਇਹ ਤੁਹਾਨੂੰ ਕੀ ਲੱਗਦਾ ਵੀ ਕੋਈ ਇੰਡੋ ਕੈਨੇਡੀਅਨ ਰਿਲੇਸ਼ਨਸ ਜਿਹੜੇ ਨੇ ਇਹਦੇ ਵਿੱਚ ਕੋਈ ਬਦਲਾਵ ਪੋਜ਼ਿਟਿਵ ਜਾਂ ਨੈਗੇਟਿਵ ਆ ਸਕਦਾ ਇਹਦਾ? ਦੇਖੋ ਜੀ, ਇਹ ਸਮਾਂ ਦੱਸੇਗਾ, ਲੇਕਿਨ ਜਿਹੜੇ ਤੁਸੀਂ ਵਿਸ਼ਲੇਸ਼ਣ ਲਾਏ ਨੇ ਜੀ, ਉਹਨਾਂ ਦੇ ਪਰਮ ਮਿੱਤਰ, ਉਹਨਾਂ ਦੇ ਦੋਸਤ, ਉਹਨਾਂ ਦੇ ਕਰੀਬੀ ਮਿੱਤਰ, ਇਹ ਵਿਸ਼ਲੇਸ਼ਣ ਮੇਰਾ ਖਿਆਲ ਰਾਜਨੀਤਿਕ ਵਿਅਕਤੀ ਜਿਹੜੇ ਨੇ ਵਰਤਦੇ ਵੀ ਨੇ ਜੀ। ਹਾਂਜੀ, ਔਰ ਮੈਨੂੰ ਲੱਗਦਾ ਮੋਦੀ ਸਾਹਿਬ ਥੋੜ੍ਹਾ ਜਿਹਾ ਵੱਧ ਹੀ ਵਰਤਦੇ ਨੇ ਜੀ। ਤੇ ਕਈ ਵਾਰੀ ਇਸ ਤਰ੍ਹਾਂ ਵੀ ਹੋਇਆ, ਅਸੀਂ ਜਾਣਦੇ ਹਾਂ ਕਿ ਕਿਸਾਨ ਅੰਦੋਲਨ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਮੈਂ ਜਸਟ ਇੱਕ ਫੋਨ ਕਾਲ ਅਵੇ ਹਾਂ, ਲੇਕਿਨ ਉਸ ਤੋਂ ਬਾਅਦ ਉਹਨੇ ਕੰਡੇ ਵਾਲੀਆਂ ਤਾਰਾਂ ਲਾ ਕੇ, ਕਿੱਲਾਂ ਲਾ ਕੇ, ਬੈਰੀਕੇਡ ਲਾ ਕੇ ਦੂਜੇ ਦਿਨ ਸੰਕੇਤ ਕੁਝ ਹੋਰ ਦਿੱਤਾ ਜੀ। ਲੇਕਿਨ ਇਸ ਟਵੀਟ ਦੀ ਅਗਰ ਅਸੀਂ ਗੱਲ ਕਰੀਏ, ਬਿਨਾਂ ਸ਼ੱਕ ਕੈਨੇਡਾ ਖਾਸ ਕਰਕੇ ਟਰੂਡੋ ਸਰਕਾਰ ਜਿਹੜੀ ਹੈ ਉਹ ਅੰਡਰ ਪ੍ਰੈਸ਼ਰ ਹੈ, ਕਿਉਂਕਿ ਜਿਹੜੀਆਂ 2 ਵੈਕਸੀਨ ਪਹਿਲਾਂ ਅਪਰੂਵ ਇਹਨਾਂ ਨੇ ਕੀਤੀਆਂ ਸਨ, ਮੋਡਰਨਾ ਤੇ ਫਾਈਜ਼ਰ ਦੀਆਂ, ਉਹਨਾਂ ਦੋਨਾਂ ਦੇ ਵਿੱਚ ਥੋੜੀ ਡਿਲੀਵਰੀ ਦੇ ਵਿੱਚ ਡਿਲੇ ਹੈ। ਖਾਸ ਕਰਕੇ ਮੋਡਰਨਾ ਜਿਸ ਦੀ ਪ੍ਰੋਡਕਸ਼ਨ ਆਪਣੇ ਯੂਰਪ ਦੇ ਵਿੱਚ ਹੈ, ਕੁਝ ਪਲਾਂਟ ਦੇ ਵਿੱਚ ਤਕਨੀਕੀ ਕਾਰਨ ਹੋ ਸਕਦੇ ਨੇ, ਫਾਈਜ਼ਰ ਦੀ ਵੀ ਜਾਂ ਕੁਝ ਹੋਰ ਹੋ ਸਕਦਾ ਹੈ, ਲੇਕਿਨ ਉਹਦੇ ਕਰਕੇ ਪ੍ਰੈਸ਼ਰ ਜ਼ਰੂਰ ਹੈ ਜਸਟਨ ਟਰੂਡੋ ਤੇ ਉਹ ਫਿਰ ਗੱਲ ਇਹ ਹੈ ਕਿ ਜਦੋਂ ਵਿਅਕਤੀ ਨੂੰ ਲੋੜ ਹੁੰਦੀ ਹੈ ਤੇ ਫਿਰ ਹਰ ਹੀਲਾ ਵਸੀਲਾ ਕਰਨਾ ਪੈਂਦਾ ਹੈ। ਤੁਸੀਂ ਪ੍ਰੈਸ਼ਰ ਦੀ ਗੱਲ ਕੀਤੀ ਜੀ, ਮੈਂ ਨੋਟ ਕਰ ਰਿਹਾ ਸੀ ਕਿ ਇਨੀਸ਼ੀਅਲੀ ਨਾ ਕੈਨੇਡਾ ਦਾ ਜਿਹੜਾ ਨੰਬਰ ਸੀ 12ਵਾਂ ਸੀਗਾ ਵੈਕਸੀਨੇਸ਼ਨ ਦੇ ਹਿਸਾਬ ਦੇ ਨਾਲ, ਹਾਂਜੀ, ਫਿਰ 20ਵਾਂ ਹੋ ਗਿਆ। ਹਾਂਜੀ, ਅੱਜ ਦੀ ਡੇਟ ਦੇ ਵਿੱਚ ਕੈਨੇਡਾ ਦਾ ਨੰਬਰ 38ਵਾਂ ਜੀ। ਬਿਲਕੁਲ। ਸੋ ਵਾਕਈ ਕੈਨੇਡੀਅਨ ਸਰਕਾਰ ਦੇ ਉੱਪਰ ਜਿਹੜੀ ਟਰੂਡੋ ਸਾਹਿਬ ਦੀ ਸਰਕਾਰ, ਉਹਦੇ ਉੱਪਰ ਪ੍ਰੈਸ਼ਰ ਤਾਂ ਹੈ। ਬਿਲਕੁਲ ਜੀ, ਬਿਨਾਂ ਸ਼ੱਕ ਇਹ ਵੀ ਜਿਹੜਾ ਉਹਨਾਂ ਦਾ ਆਪਣੇ ਸਟੈਪ ਹੈ, ਇਹ ਇੱਕ ਅੰਡਰ ਪ੍ਰੈਸ਼ਰ ਲਿਆ ਗਿਆ ਸਟੈਪ ਹੈ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਕੋਈ ਕਿਸੇ ਵਿਅਕਤੀ ਦੀ ਸੋਚ ਕੋਈ ਹੋ ਸਕਦੀ ਹੈ। ਸਾਡੀ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਕੁਝ ਸੱਜਣਾਂ ਦੇ ਨਾਲ ਜਦੋਂ ਗੱਲਬਾਤ ਹੋਈ ਤੇ ਇੰਜ ਮਹਿਸੂਸ ਹੋਇਆ ਕਿ ਸ਼ਾਇਦ ਮੋਦੀ ਸਾਹਿਬ ਤੇ ਟਰੂਡੋ ਸਾਹਿਬ ਦੇ ਵਿਚਾਰ ਕੋਈ ਬਹੁਤ ਵੱਡੀ ਰਿਫਟ ਹੈ, ਇਹ ਉਹਨਾਂ ਨੂੰ ਇੱਕ ਬੜੀ ਅਜੀਬ ਜਿਹੀ ਗੱਲ ਲੱਗੀ। ਲੇਕਿਨ ਮੈਨੂੰ ਲੱਗਦਾ ਕਿਉਂਕਿ ਸਰਕਾਰਾਂ ਦੇ ਲੈਵਲ ਤੇ ਜਦੋਂ ਤੁਸੀਂ ਇੱਕ ਕੰਟਰੀ ਨੂੰ ਲੀਡ ਕਰਦੇ ਹੋ, ਅਗਰ ਤੁਸੀਂ ਪ੍ਰਾਈਮ ਮਿਨਿਸਟਰ, ਉਸ ਅਹੁਦੇ 'ਤੇ ਬੈਠ ਕੇ ਤੁਹਾਨੂੰ ਬਹੁਤ ਵੱਖਰੇ ਤਰੀਕੇ ਦੇ ਨਾਲ, ਬਹੁਤ ਵੱਖਰੀਆਂ ਸਥਿਤੀਆਂ ਦੇ ਨਾਲ ਨਜਿੱਠਣਾ ਪੈਂਦਾ ਹੈ। ਮੈਨੂੰ ਲੱਗਦਾ ਇਹਦੇ ਵਿੱਚ ਕੋਈ ਗੱਲ ਨਹੀਂ, ਲੇਕਿਨ ਮੋਦੀ ਸਾਹਿਬ ਦੀ ਜਿਹੜੀ ਕਮਿਟਮੈਂਟ ਦੀ ਮੈਂ ਗੱਲ ਕਰਾਂ, ਉਹਨਾਂ ਨੇ ਇਹ ਕਿਹਾ ਜੀ ਕਿ ਜੋ ਸਾਡੇ ਕੋਲ ਸਰਦਾ ਬਣੇਗਾ ਉਹ ਅਸੀਂ ਕਰਾਂਗੇ। ਸੋ ਕੋਈ ਫਰਮ ਕਮਿਟਮੈਂਟ ਨਹੀਂ ਹੈ, ਤੇ ਲੇਕਿਨ ਇਹ ਸਮਾਂ ਦੱਸੇਗਾ ਕਿ ਇਸ ਨੂੰ ਆਪਣੇ ਕੈਨੇਡਾ ਦਾ ਕੁਝ ਬੈਨੀਫਿਟ ਹੁੰਦਾ ਹੈ, ਕੁਝ ਵੈਕਸੀਨ ਮਿਲਦੀ ਹੈ ਜਾਂ ਨਹੀਂ ਮਿਲਦੀ ਹੈ ਜੀ। ਇੱਥੇ ਨਾ ਮੈਂ ਥੋੜੀ ਜਿਹੀ ਐਡ ਕਰਦਾ ਗੱਲ। ਹਾਂਜੀ, ਜਦੋਂ ਇੰਟਰਨੈਸ਼ਨਲ ਰਿਲੇਸ਼ਨਸ ਦੀ ਗੱਲ ਹੁੰਦੀ ਹੈ ਨਾ ਜੀ, ਹਾਂਜੀ, ਹਰੇਕ ਦੇਸ਼ ਦੇ ਲਈ ਸਰਵੋਪਰੀ ਸੁਪਰੀਮ ਇੰਟਰਸਟ, ਹਾਂਜੀ, ਉਹਦਾ ਨੈਸ਼ਨਲ ਇੰਟਰਸਟ ਹੁੰਦਾ। ਬਿਲਕੁਲ ਜੀ, ਬਿਨਾਂ ਸ਼ੱਕ। ਸੋ ਮੈਨੂੰ ਲੱਗਦਾ ਵੀ ਵਾਕਈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੀ ਇਸ ਵੇਲੇ ਕੈਨੇਡੀਅਨ ਗਵਰਨਮੈਂਟ ਦੀ ਨੈਸ਼ਨਲ ਇੰਟਰਸਟ ਆ, ਉਹ ਹੈਗਾ ਕਿ ਵੈਕਸੀਨੇਸ਼ਨ ਨੂੰ ਹਰ ਹੀਲੇ ਆਪਣੇ ਲੋਕਾਂ ਤੱਕ ਪਹੁੰਚਾਉਣਾ। ਬਿਲਕੁਲ। ਸੋ ਅਗਰ ਉਹ ਕਿਸੇ ਵੀ ਦੇਸ਼ ਦੇ ਨਾਲ, ਔਰ ਭਾਰਤ ਸਾਡਾ ਆਪਣਾ ਦੇਸ਼ ਹੈ ਜੀ। ਬਿਲਕੁਲ। ਦੂਜੀ ਗੱਲ ਮੈਂ ਇਹ ਦੱਸ ਦਿਆਂ ਆਪਣੇ ਮਨਜੀਤ ਸਿੰਘ ਜੀ, ਹਰ ਚੀਜ਼ ਦੇ 2 ਪਹਿਲੂ ਹੁੰਦੇ ਨੇ ਜੀ। ਮੈਂ ਇਸੇ ਹੀ ਇਨਸੀਡੈਂਟ ਨੂੰ, ਇਸ ਘਟਨਾਕ੍ਰਮ ਨੂੰ ਇੱਕ ਥੋੜ੍ਹੇ ਜਿਹੇ ਵੱਖਰੇ ਐਂਗਲ ਤੋਂ ਵੀ ਦੇਖਦਾ ਜੀ। ਖਾਸ ਕਰਕੇ ਡਿਵੈਲਪਡ ਕੰਟਰੀ ਦੀ ਗੱਲ ਅਸੀਂ ਕਰਦੇ ਹਾਂ, ਕੈਨੇਡਾ ਉਹਨਾਂ ਦੇ ਵਿੱਚ ਆਉਂਦਾ, ਅਮਰੀਕਾ, ਹੋਰ ਬਹੁਤ ਸਾਰੇ ਦੁਨੀਆ ਦੇ ਮੁਲਕ ਨੇ। ਇਹਨਾਂ ਦੇ ਵਿੱਚ ਇੱਕ ਪਿਛਲੇ ਲੰਬੇ ਸਮੇਂ ਤੋਂ 10-15 ਸਾਲ ਤੋਂ ਇੱਕ ਰਿਵਾਜ ਕਹਿ ਲਓ ਜਾਂ ਰੁਝਾਨ ਕਹਿ ਲਓ, ਇਹ ਸੀਗਾ ਕਿਉਂਕਿ ਸਾਡੇ ਇੱਥੇ ਲੇਬਰ ਮਹਿੰਗੀ ਹੈ ਜੀ, ਤੇ ਜਿੱਥੇ ਲੇਬਰ ਸਸਤੀ ਹੈ ਉੱਥੇ ਤੁਸੀਂ ਮੈਨੂਫੈਕਚਰਿੰਗ ਜਿਹੜੀ ਹੈ ਉਹ ਲੈ ਜਾ ਰਹੇ ਹੋ। ਭਾਵੇਂ ਉਹ ਗੱਡੀਆਂ ਦੀ ਮੈਨੂਫੈਕਚਰਿੰਗ ਹੋਵੇ, ਭਾਵੇਂ ਫਰਟੀਲਾਈਜ਼ਰ ਦੇ ਪਲਾਂਟ ਕੈਨੇਡਾ ਦੇ ਵਿੱਚੋਂ ਮੂਵ ਹੋਏ ਨੇ, ਦਵਾਈਆਂ ਦੀ ਬੋਟਲਿੰਗ ਪਲਾਂਟ ਮੂਵ ਹੋਏ ਨੇ, USA ਚੋਂ ਹੋਏ ਨੇ, ਹੋਰ ਬਹੁਤ ਦੀ ਗੱਲ ਕਰ ਲਓ, ਤੁਸੀਂ ਨੇਮ ਐਨੀਥਿੰਗ, ਈਵਨ ਸਰਵਿਸ ਇੰਡਸਟਰੀ ਵੀ ਮੂਵ ਹੋ ਰਹੀ ਹੈ। ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕਾਲ ਸੈਂਟਰ ਸਾਰੇ ਇੰਡੀਆ ਫਿਲੀਪੀਨਸ ਦੇ ਵਿੱਚ ਨੇ ਜੀ। ਬਿਲਕੁਲ ਜੀ, ਕਿਤੇ ਨਾ ਕਿਤੇ ਜਿਹੜੀ ਇਹ ਗੱਲ ਹੈ, ਮੇਰਾ ਖਿਆਲ ਜਿਹੜੇ ਡਿਵੈਲਪਡ ਕੰਟਰੀ ਨੇ, ਜਿਹੜੇ ਅੱਖਾਂ ਬੰਦ ਕਰਕੇ ਸਿਰਫ ਕੁਝ ਮਹਿਜ਼ ਕਾਰਪੋਰੇਸ਼ਨਾਂ ਜਿਨ੍ਹਾਂ ਦਾ ਮੈਂ ਕਹਾਂਗਾ ਕਿ ਲਾਲਚ, ਸਿਰਫ ਗਰੀਡ ਕਰਕੇ ਆਪਣਾ ਪ੍ਰੋਫਿਟ ਮਾਰਜਨ ਇਨਕਰੀਜ਼ ਕਰਨ ਲਈ ਉਹ ਇੱਕ ਜਗ੍ਹਾ ਤੋਂ ਲੈ ਕੇ ਆਪਣੇ ਬਿਜ਼ਨਸ ਮਾਡਲ ਦੂਜੀ ਜਗ੍ਹਾ ਲੈ ਕੇ ਜਾਂਦੇ ਨੇ। ਲੇਕਿਨ ਉਸ ਦੇ ਵਿੱਚ ਕੰਟਰੀ ਨੂੰ ਦੇਖਣਾ ਪਵੇਗਾ ਕਿ ਕਿਤੇ ਸਾਡੇ ਜਿਹੜੇ ਇੰਟਰਸਟ ਨੇ ਉਹ ਵੀ ਸੇਫ ਹਨ ਕਿ ਨਹੀਂ। ਬਿਲਕੁਲ। ਕਿਉਂਕਿ ਇੰਡੀਆ ਦੇ ਵਿੱਚ ਵੀ ਅਸੀਂ 2 ਵੈਕਸੀਨ ਦੀ ਗੱਲ ਕਰ ਰਹੇ ਹਾਂ। ਇੱਕ ਬਿਲਕੁਲ ਇੰਡੀਆ ਦੇ ਵਿੱਚ ਡਿਵੈਲਪ ਹੋਈ ਵੈਕਸੀਨ ਹੈ, ਦੂਜੀ ਵੈਕਸੀਨ ਜਿਹੜੀ ਹੈ ਉਹ ਆਪਣੇ ਬ੍ਰਿਟਿਸ਼ ਦੀ ਇੱਕ ਕੰਪਨੀ ਦੀ ਵੈਕਸੀਨ ਹੈ, ਲੇਕਿਨ ਉਸ ਦੀ ਬੋਟਲਿੰਗ ਜਿਹੜੀ ਹੈ ਉਹ ਸਾਰੀ ਇੰਡੀਆ ਦੇ ਵਿੱਚ ਹੁੰਦੀ ਹੈ। ਸੋ ਇਹ ਇੱਕ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਇਸ ਤਰ੍ਹਾਂ ਦੇ ਫੈਸਲੇ ਲੈਣ ਲੱਗੇ ਹਾਂ ਜਦੋਂ ਅਸੀਂ ਕਿਸੇ ਚੀਜ਼ ਦੀ ਮੈਨੂਫੈਕਚਰਿੰਗ ਕਿਸੇ ਦੂਸਰੇ ਮੁਲਕ ਦੇ ਵਿੱਚ ਸ਼ਿਪ ਕਰਦੇ ਹਾਂ, ਅਤੇ ਉਹਦੇ ਵਿੱਚ ਫਿਰ ਕੰਟਰੀ ਨੂੰ ਆਪਣੇ ਇੰਟਰਸਟ, ਅਗਰ ਮੈਂ ਕਹਾਂ ਕਿ ਹਥਿਆਰਾਂ ਦੀ ਗੱਲ ਹੈ, ਅਗਰ ਵਾਰ ਲੱਗ ਰਹੀ ਹੈ ਤੇ ਕਿਹੜਾ ਕੰਟਰੀ ਤੁਹਾਨੂੰ ਸਮੇਂ ਸਿਰ ਹਥਿਆਰ ਦਿੰਦਾ ਹੈ ਜੀ, ਇਹ ਸੋਚਣਾ ਪੈਂਦਾ। ਦੈਟ ਇਜ਼ ਮੋਰ ਇੰਪੋਰਟੈਂਟ। ਹਾਂਜੀ, ਈਵਨ ਮੈਨੂੰ ਪਤਾ ਹੈ ਕਿ ਆਇਲ ਐਂਡ ਗੈਸ ਦੀ ਅਸੀਂ ਗੱਲ ਕਰਦੇ ਹਾਂ, ਅਮਰੀਕਾ ਨੂੰ ਕੈਨੇਡਾ ਜਿਹੜਾ ਹੈ ਜਦੋਂ ਆਪਣਾ ਆਇਲ ਵੇਚਦਾ ਹੈ
ਤੇ ਉਹ ਇਹ ਕਰਕੇ ਵੇਚਦਾ ਕਿ ਸਾਡਾ ਆਇਲ ਜਿਹੜਾ ਹੈ ਐਜ਼ ਕੰਪੇਅਰ ਟੂ ਜਿਹੜਾ ਮਿਡਲ ਈਸਟ ਹੈ ਉਸ ਤੋਂ ਬਾਅਦ ਸਟੇਬਲ ਸਪਲਾਈ ਹੈ ਸਾਡੀ। ਅਸੀਂ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਆਇਲ ਸਪਲਾਈ ਕਰ ਸਕਦੇ ਹਾਂ। ਅਗਰ ਮਿਡਲ ਈਸਟ ਦੇ ਵਿੱਚ ਵਾਰ ਹੁੰਦੀ ਹੈ ਤੇ ਅਮਰੀਕਾ ਦੀ ਆਇਲ ਦੀ ਸਪਲਾਈ ਘੱਟ ਹੋ ਜਾਂਦੀ ਸੀ ਜਾਂ ਘਟ ਜਾਂਦੀ ਸੀ। ਸੋ ਇਹ ਬਹੁਤ ਸਾਰੀਆਂ ਗੱਲਾਂ ਨੇ, ਇਹਨਾਂ ਦੇ ਕੁਝ ਨਾ ਕੁਝ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੱਖਰੇ ਨਤੀਜੇ ਵੀ ਨਿਕਲਣਗੇ ਜੀ। ਤੇ ਅਗਲੀ ਗੱਲਬਾਤ ਜੀ ਕਰਦੇ ਆ, ਇੱਕ ਮਜ਼ਦੂਰ ਲੀਡਰ ਆ, ਹਾਂਜੀ, ਕੁੜੀ ਆ, ਬਹਾਦਰ ਕੁੜੀ, ਨਵਦੀਪ ਕੌਰ। ਬਿਲਕੁਲ ਜੀ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਚਰਚਾ ਹੈ ਉਸਦੀ। ਬਿਲਕੁਲ ਜੀ। ਔਰ ਕੁੰਡਲੀ ਬਾਰਡਰ ਦੇ ਕਰੀਬ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੀ ਸੀ ਕੁੜੀ ਇਹ। ਹਾਂਜੀ, ਸੋਨੀਪਤ ਦੇ ਵਿੱਚ ਜੀ। ਹਾਂਜੀ। ਔਰ ਉੱਥੋਂ ਬਾਅਦ ਵਿੱਚ ਕਿਸਾਨੀ ਅੰਦੋਲਨ ਦੇ ਨਾਲ ਵੀ ਤਾਰਾਂ ਜੁੜੀਆਂ ਇਸ ਕੁੜੀ ਦੀਆਂ। ਬਿਲਕੁਲ ਜੀ। ਉਹਦੇ ਵਿੱਚ ਵੀ ਐਕਟਿਵ ਰੋਲ ਪਲੇ ਕੀਤਾ। ਹਾਂਜੀ। ਜਿਸ ਕਰਕੇ ਕੰਪਨੀ ਵਾਲਿਆਂ ਨੇ ਕੰਪਲੇਂਟਸ ਕੀਤੀਆਂ, ਪੁਲਿਸ ਨੇ ਇਹਨੂੰ ਫਿਰ ਚੱਕ ਲਿਆ, ਜੇਲ੍ਹ ਵਿੱਚ ਆ। ਕਾਫੀ ਦੱਸਿਆ ਜਾ ਰਿਹਾ ਵੀ ਤਸ਼ੱਦਦ ਵੀ ਕੀਤੀ ਗਈ। ਹਾਂਜੀ। ਔਰ ਇੱਕ ਨਵੀਂ ਖਬਰ ਆਈ ਆ ਕਿ ਹੁਣ ਉਹਨਾਂ ਦੀ ਇੱਕ ਕੇਸ ਦੇ ਵਿੱਚ ਜ਼ਮਾਨਤ ਹੋ ਚੁੱਕੀ ਹੈ। ਹਾਂਜੀ। 2 ਕੇਸ ਅਜੇ ਹੋਰ ਬਾਕੀ ਨੇ, ਉਹਨਾਂ ਦੀਆਂ ਜਿਹੜੀਆਂ ਸੁਣਵਾਈ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪੈਂਡਿੰਗ ਆ। ਹਾਂਜੀ। ਇੱਕ ਗੱਲ ਇੱਥੇ ਮੈਂ ਖਾਸ ਨੋਟ ਕੀਤੀ ਭਾਜੀ ਕਿ ਜਿਹੜੇ ਸਿਰਸਾ ਸਾਹਿਬ ਨੇ, ਹਾਂਜੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਹਾਂਜੀ, ਉਹਨਾਂ ਨੇ ਇੱਕ ਬੜਾ ਪੋਜ਼ਿਟਿਵ ਰੋਲ ਇਸ ਪੂਰੇ ਪ੍ਰਕਰਨ ਦੇ ਵਿੱਚ ਨਿਭਾਇਆ ਕਿ ਇਸ ਕੁੜੀ, ਨਾ ਸਿਰਫ ਇਸ ਕੁੜੀ ਦੀ ਗੱਲ ਕਰ ਲਓ ਤੁਸੀਂ, ਹੋਰ ਵੀ ਜਿਹੜੇ ਸਾਡੇ ਕਿਸਾਨੀ ਨਾਲ ਜੁੜੇ ਲੋਕ ਸੀ ਜਿਨ੍ਹਾਂ ਨੂੰ ਸਰਕਾਰ ਵੱਲੋਂ ਅਰੈਸਟ ਕੀਤਾ ਗਿਆ, ਹਾਂਜੀ, ਉਹਨਾਂ ਨੂੰ ਛਡਾਉਣ ਦੇ ਵਿੱਚ ਵੀ ਕਾਫੀ ਅਹਿਮ ਰੋਲ ਪਲੇ ਕਰ ਰਹੇ ਨੇ ਉਹ। ਬਿਲਕੁਲ ਜੀ, ਬਿਨਾਂ ਸ਼ੱਕ। ਤੁਸੀਂ ਨਵਦੀਪ ਕੌਰ ਦੀ ਗੱਲ ਕੀਤੀ ਹੈ ਜੀ। ਉਹਨਾਂ ਦੇ ਪਰਿਵਾਰਕ ਪਿਛੋਕੜ ਦੇ ਬਾਰੇ ਜਿੰਨੀ ਜਾਣਕਾਰੀ ਹੁਣ ਸਾਹਮਣੇ ਆਈ ਹੈ ਜੀ, ਬਿਨਾਂ ਸ਼ੱਕ ਕਿ ਉਹ ਇੱਕ ਕ੍ਰਾਂਤੀਕਾਰੀ ਜਿਹੜਾ ਪਰਿਵਾਰ ਹੈ ਸਾਰਾ। ਕਿਰਤੀ ਵੀ ਹੈ ਤੇ ਕ੍ਰਾਂਤੀਕਾਰੀ। ਕਿਰਤੀ ਤੇ, ਹਾਂਜੀ, ਕਿਰਤੀ ਤੇ ਕ੍ਰਾਂਤੀਕਾਰੀ। ਬਿਲਕੁਲ ਜੀ। ਉਹਨਾਂ ਦੀ ਇੱਕ ਵੱਡੀ ਭੈਣ ਜਿਹੜੀ ਦਿੱਲੀ ਦੇ ਵਿੱਚ PhD ਕਰ ਰਹੀ ਹੈ, ਇੱਕ ਉਹਨਾਂ ਦੀ ਸਿਸਟਰ ਹੋਰ ਸ਼ਾਇਦ BSc ਕਰ ਰਹੀ ਹੈ, ਉਹਨਾਂ ਦੇ ਬ੍ਰਦਰ ਨੇ। ਔਰ ਦੂਜੀ ਗੱਲ ਹੈ ਕਿ ਉਹਨਾਂ ਦੀ ਫੈਮਿਲੀ ਦੇ ਵਿੱਚ ਇਹ ਟ੍ਰੈਡੀਸ਼ਨ ਹੈ ਕਿ ਉਹ ਇੱਕ ਜਿਹੜੇ ਇਨਸਾਨੀ ਹਕੂਕ ਨੇ ਅਸੀਂ ਉਹਨਾਂ ਲਈ ਉਹ ਖੜੇ ਹੁੰਦੇ ਨੇ। ਬਿਲਕੁਲ। ਕਿਉਂਕਿ ਇੱਕ ਕਿਸਮ ਦਾ, ਇਹਨੂੰ ਅਸੀਂ ਇੱਕ ਕਿਸਮ ਦਾ ਜੁਝਾਰੂਪਨ ਕਹਿੰਦੇ ਹਾਂ ਜੀ। ਹਾਂਜੀ। ਔਰ ਇਹਨਾਂ ਲੋਕਾਂ 'ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਗਾਉਂਦੀਆਂ ਨੇ ਕਿ ਅੰਦੋਲਨ ਕਰਦੇ ਨੇ ਜਾਂ ਇਹ ਕਰਦੇ ਨੇ, ਲੇਕਿਨ ਕਿਸੇ ਵਿਅਕਤੀ ਦੀ ਜਿਹੜੀ ਜੋ ਉਹਦੀ ਸੋਚ ਹੈ ਉਸ ਦਾ ਕੋਈ ਐਕਸਪਲੇਨੇਸ਼ਨ ਨਹੀਂ ਹੋ ਸਕਦੀ। ਨਹੀਂ ਹੋ ਸਕਦਾ। ਹਾਂਜੀ। ਉਹਨਾਂ ਨੇ ਜਿੱਥੇ ਵੀ ਖੜੇ ਹੋਣਾ ਹੈ, ਉਹਨਾਂ ਨੇ ਜਿੱਥੇ ਵੀ ਕਿਤੇ ਜਿਹੜਾ ਹੈ, ਜਿੱਥੇ ਕੋਈ ਧੱਕੇਸ਼ਾਹੀ ਹੋ ਰਹੀ ਹੈ, ਜਿੱਥੇ ਕੋਈ ਗਲਤ ਕੰਮ ਹੋ ਰਿਹਾ ਹੈ, ਉਹ ਖੜੇ ਹੋਣਗੇ। ਗੱਲ ਤੁਸੀਂ ਕੀਤੀ ਸੀ ਸਿਰਸਾ ਸਾਹਿਬ ਦੀ, ਭਾਵੇਂ ਉਹ ਇੱਕ ਰਾਜਨੀਤਿਕ ਵਿਅਕਤੀ ਨੇ, ਬਿਨਾਂ ਸ਼ੱਕ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਜੀ। ਇਸ ਅੰਦੋਲਨ ਦੇ ਵਿੱਚ ਉਹਨਾਂ ਨੇ ਕਾਫੀ ਸਾਰੀਆਂ ਪੋਜ਼ੀਟਿਵ ਕੰਮ ਕੀਤੇ ਨੇ ਔਰ ਅੰਦੋਲਨ ਵਾਲੀ ਜਗ੍ਹਾ 'ਤੇ ਖਾਸ ਕਰਕੇ ਸਿੰਘੂ ਬਾਰਡਰ 'ਤੇ ਉਹਨੇ ਬਹੁਤ ਸਾਰੀਆਂ ਸਹੂਲਤਾਂ ਮੁਹੱਈਆ ਕਰਾਈਆਂ ਨੇ। ਔਰ ਇਸ ਕੇਸ ਦੇ ਵਿੱਚ ਵੀ ਨਵਦੀਪ ਕੌਰ ਦਾ ਕੇਸ ਜਿਹੜਾ ਹੈ ਉਹ ਆਪਣੇ ਲੜਨਾ ਹੈ, ਉਹਨਾਂ ਨੇ ਲੜਨ ਦਾ ਉਹਨਾਂ ਨੇ ਵਾਅਦਾ ਕੀਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਮੈਂ ਸਮਝਦਾ ਕਿ ਇਹ ਕੰਮ ਹੈ, ਕਿਉਂਕਿ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ 'ਤੇ ਹੋਰ ਬਹੁਤ ਕੁਝ ਕਈ ਵਾਰੀ ਹੁੰਦਾ ਹੈ ਕਿ ਉਹ ਆਪਣੇ ਜਿਹੜਾ, ਕਿਉਂਕਿ ਉਹ ਸਾਰਾ ਪਬਲਿਕ ਦਾ ਪੈਸਾ ਹੈ, ਸਮਾਜਿਕ ਜ਼ਿੰਮੇਵਾਰੀਆਂ ਨੇ, ਸਮਾਜਿਕ ਜ਼ਿੰਮੇਵਾਰੀਆਂ ਨੇ। ਮੈਨੂੰ ਲੱਗਦਾ ਅਗਰ ਉਹ ਇਹ ਕਰਦੇ ਨੇ ਤਾਂ ਬਹੁਤ ਚੰਗੀ ਗੱਲ ਹੈ, ਇਹ ਸਗੋਂ ਕਰਨਾ ਚਾਹੀਦਾ। ਭਾਜੀ ਇੱਕ ਹੋਰ ਇਹਦੇ ਵਿੱਚ ਇੱਕ ਗੱਲ ਸਾਹਮਣੇ ਆਈ ਆ। ਹਾਂਜੀ। ਨਵਦੀਪ ਕੌਰ ਵੱਲੋਂ ਇੱਕ ਆਡੀਓ ਰਿਲੀਜ਼ ਕੀਤੀ ਗਈ ਜੇਲ੍ਹ ਦੇ ਵਿੱਚੋਂ। ਅੱਛਾ ਜੀ। ਜਿਸ ਵਿੱਚ ਉਹਨਾਂ ਨੇ ਸੁਨੇਹਾ ਦਿੱਤਾ ਵਾ ਕਿ ਮੈਂ ਜਲਦ ਬਾਹਰ ਆਵਾਂਗੀ ਔਰ ਆ ਕੇ ਹੋਰ ਖੁਲਾਸੇ ਜਿਹੜੇ ਆ, ਜਾਣਕਾਰੀ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੀ। ਹਾਂਜੀ। ਔਰ ਇਸੇ ਤਰੀਕੇ ਨਾਲ, ਇਸੇ ਜਜ਼ਬੇ ਦੇ ਨਾਲ ਮਜ਼ਦੂਰਾਂ ਦੇ ਹੱਕਾਂ ਲਈ, ਕਿਸਾਨਾਂ ਦੇ ਹੱਕਾਂ ਦੇ ਲਈ ਲੜਦੀ ਰਹਾਂਗੀ। ਬਿਲਕੁਲ ਜੀ, ਬਿਲਕੁਲ ਜੀ, ਬਿਨਾਂ ਸ਼ੱਕ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਇੱਕ ਵੱਖਰੀ ਕਿਸਮ ਦੀ ਕੁਦਰਤੀ ਤੌਰ 'ਤੇ ਕਿਸੇ ਵਿਅਕਤੀ ਦੇ ਵਿੱਚ ਇੱਕ ਊਰਜਾ ਦੀ ਗੱਲ ਹੈ। ਇਹ ਖੂਨ ਦੇ ਵਿੱਚ ਹੁੰਦੀ ਹੈ, ਇਹ ਖੂਨ ਦੇ ਵਿੱਚ ਹੈ ਜੀ। ਹਾਂਜੀ। ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਦੁਆ ਕਰਨੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੇ ਵਿਅਕਤੀ ਜਿਹੜੇ ਨੇ ਇਹ ਦੁਨੀਆ ਦੇ ਵਿੱਚ ਜਿੱਥੇ ਵੀ ਹੋਣ, ਉਹ ਦੂਸਰਿਆਂ ਲਈ ਆਪਣੀ ਚਾਨਣ ਮੁਨਾਰੇ ਨੇ ਤੇ ਉਹਨਾਂ ਦੇ ਹੱਕਾਂ ਲਈ ਲੜਦੇ ਵੀ ਨੇ ਜੀ। ਭਾਜੀ ਹੁਣ ਇੱਕ ਬ੍ਰੇਕ ਦਾ ਸਮਾਂ ਹੋ ਚੁੱਕਿਆ ਜੀ। ਬਿਲਕੁਲ। ਔਰ ਬ੍ਰੇਕ ਤੋਂ ਬਾਅਦ ਅਸੀਂ ਕਿਸਾਨੀ ਅੰਦੋਲਨ ਬਾਰੇ ਵੀ ਕਾਫੀ ਅਹਿਮ ਗੱਲਾਂ ਬਾਤਾਂ ਕਰਨੀਆਂ ਨੇ ਔਰ ਇੱਥੇ ਲੈਣੇ ਆ ਜੀ ਬ੍ਰੇਕ। ਤੁਸੀਂ ਕਿਤੇ ਨਹੀਂ ਜਾਣਾ ਔਰ ਦੇਖਦੇ ਰਹਿਣਾ ਪ੍ਰੋਗਰਾਮ ਐਡਮਿੰਟਨ ਡਾਇਰੀ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਆ ਗੁਰਿੰਦਰ ਸਿੰਘ ਜੀ ਦੇ ਨਾਲ। ਭਾਜੀ ਗੱਲਬਾਤ ਨੂੰ ਜਾਰੀ ਰੱਖਦੇ ਹਾਂ ਔਰ ਗੱਲਬਾਤ ਬੜੀ ਅਹਿਮ ਆ। ਹਾਂਜੀ। SGPC ਨਾਲ ਸੰਬੰਧਿਤ ਆ। ਠੀਕ ਹੈ ਜੀ। SGPC ਸਿੱਖਾਂ ਦੀ ਮਿੰਨੀ ਪਾਰਲੀਮੈਂਟ। ਬਿਲਕੁਲ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਹਾਂਜੀ। ਪਰਮਿੰਦਰ ਸਿੰਘ ਢੀਂਡਸਾ
ਹਾਂਜੀ ਅਕਾਲੀ ਦਲ ਦੇ ਪਹਿਲਾਂ ਫਾਈਨਾਂਸ ਮਿਨਿਸਟਰ ਵੀ ਰਹੇ ਨੇ ਜੀ। ਹਾਂਜੀ ਹਾਂਜੀ ਅੱਜ ਕੱਲ੍ਹ ਇਹਨਾਂ ਨੇ ਨਵੀਂ ਪਾਰਟੀ ਬਣਾ ਲਈ ਆ, ਅਕਾਲੀ ਦਲ ਡੈਮੋਕ੍ਰੈਟਿਕ। ਬਿਲਕੁਲ ਜੀ। ਉਹਨਾਂ ਵੱਲੋਂ ਇੱਕ SGPC ਦਾ ਘਪਲਾ ਉਹ ਪਰਦਾਫਾਸ਼ ਕੀਤਾ ਗਿਆ ਉਸ ਦਾ। ਹਾਂਜੀ ਹਾਂਜੀ ਉਹਨਾਂ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਸਾਰਾਗੜੀ ਨਾਂ ਦੀ ਸਰਾਂ ਬਣਾਈ ਜਾ ਰਹੀ ਹੈ, ਹਾਂਜੀ ਬਣ ਚੁੱਕੀ ਹੈ। ਬਣ ਚੁੱਕੀ ਹੈ ਜੀ। ਹਾਂਜੀ ਉਹਦੇ ਵਿੱਚ ਫਰਨੀਚਰ ਦੀ ਖਰੀਦੋ ਫੋਕਤ ਨੂੰ ਲੈ ਕੇ ਹਾਂਜੀ ਕਾਫੀ ਵੱਡਾ ਇੱਕ ਘਪਲਾ ਜਿਹੜਾ ਹੈ ਸਾਹਮਣੇ ਆਇਆ ਹੈ। ਠੀਕ ਹੈ ਜੀ। ਉਹਨਾਂ ਦਾ ਕਹਿਣਾ ਵੀ ਜੇਕਰ ਇਹ ਫਰਨੀਚਰ ਭਾਰਤ ਦੇ ਵਿੱਚੋਂ ਖਰੀਦਿਆ ਜਾਂਦਾ ਤੇ ਇਹਦਾ ਖਰਚਾ ਮੈਕਸਿਮਮ 1.75 ਯਾਨੀ ਕਿ ਪੌਣੇ 2 ਕਰੋੜ ਹੋਣਾ ਸੀ। ਠੀਕ ਹੈ ਜੀ। ਪਰ ਇਹ ਫਰਨੀਚਰ ਜਿਹੜਾ ਹੈ ਇੱਕ ਚਾਈਨਾ ਦੀ ਕੰਪਨੀ ਆ ਵਰਨਿਕਾ ਓਵਰਸੀਜ਼, ਅੱਛਾ ਜੀ। ਉਹ ਤੋਂ ਖਰੀਦਿਆ ਗਿਆ 5.17, ਸੋ 5 ਕਰੋੜ 17 ਲੱਖ ਦੀ ਕੀਮਤ ਦੇ ਉੱਪਰ। ਠੀਕ ਹੈ ਜੀ। ਸੋ ਇਹ ਜਿਹੜਾ ਘਪਲਾ ਸਾਹਮਣੇ ਆਇਆ, ਤੁਹਾਨੂੰ ਕੀ ਲੱਗਦਾ ਕੋਈ ਰਾਜਨੀਤਿਕ ਰੰਜਿਸ਼ ਹੈ ਜਾਂ ਵਾਕਈ ਇਹੋ ਜਿਹੇ ਜਿਹੜੇ ਘਪਲੇ ਨੇ SGPC ਦੇ ਵਿੱਚ ਹੁੰਦੇ ਰਹਿੰਦੇ ਨੇ ਆਮ ਤੌਰ ਤੇ? ਦੇਖੋ ਜੀ, ਮੈਨੂੰ ਲੱਗਦਾ ਦੋ ਵੱਖਰੇ ਸਵਾਲ ਨੇ ਜੀ। ਜਿਹੜੀ ਤਾਂ ਗੱਲ ਹੈ ਕਿ ਇਸ ਤਰ੍ਹਾਂ ਦੇ ਘਪਲੇ ਹੋਣ ਦੀ, ਹੂੰ, ਮੇਰਾ ਖਿਆਲ ਪਰਮਿੰਦਰ ਸਿੰਘ ਢੀਂਡਸਾ, ਇਹਨਾਂ ਦੇ ਪਿਤਾ ਜੀ ਸੁਖਦੇਵ ਸਿੰਘ ਢੀਂਡਸਾ, ਜੀ। ਜਿਹੜੇ ਪੁਰਾਣੇ ਅਕਾਲੀ ਦਲ ਬਾਦਲ ਸਾਹਿਬ ਦੇ ਥੰਮ ਗਣੇ ਜਾਂਦੇ ਸਨ, ਕੋਈ ਲੰਬਾ ਸਮਾਂ ਨਾਲ ਰਹੇ ਨੇ। ਲੰਬਾ ਸਮਾਂ ਨਾਲ ਰਹੇ ਨੇ, ਤਕਰੀਬਨ ਜੀ। ਮੇਰਾ ਖਿਆਲ ਜ਼ਿੰਦਗੀ ਦਾ ਬਹੁਤਾ ਹਿੱਸਾ ਉਹਨਾਂ ਨੇ ਇਸੇ ਤਰ੍ਹਾਂ ਗੁਜ਼ਾਰਿਆ। ਜੀ। ਇਸ ਘਪਲੇ ਦੀ ਤਾਂ ਆਪਾਂ ਗੱਲ ਨਹੀਂ ਕਰਦੇ ਕਿਉਂਕਿ ਚਲੋ ਪਬਲਿਕ ਡੋਮੇਨ ਦੇ ਵਿੱਚ ਆ ਗਿਆ ਹੈ। ਤੇ ਬਾਕੀ ਇਹ ਵੀ ਗੱਲ ਹੈ ਕਿ ਇਹੋ ਜਿਹੀ ਗੱਲ ਚੋਂ ਅੱਜ ਤਾਈਂ ਮੈਂ ਤੇ ਕਦੀ ਕੁਝ ਨਿਕਲਦਾ ਦੇਖਿਆ ਨਹੀਂ ਕਿ ਵਾਕਈ ਸੱਚ ਪਤਾ ਲੱਗ ਜਾਏ ਕਿ ਘਪਲਾ ਹੋਇਆ ਵੀ ਜਾਂ ਨਹੀਂ ਹੋਇਆ ਜਾਂ ਕਿੰਨਾ ਹੋਇਆ। ਇਹ ਸਮਾਂ ਦੱਸੇਗਾ। ਲੇਕਿਨ ਇੱਕ ਘਟਨਾ ਮੈਂ ਪਿਛਲੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦਾ ਜੀ। ਜਦੋਂ ਅਵਤਾਰ ਸਿੰਘ ਮੱਕੜ ਜਿਹੜੇ ਨੇ ਉਹ SGPC ਦੇ ਪ੍ਰਧਾਨ ਸਨ, ਹਾਂਜੀ, ਤਾਂ ਇੱਕ ਆਡਿਟ ਹੋਇਆ ਸੀ SGPC ਦਾ, ਜਿਹਦੇ ਵਿੱਚ ਇਹ ਪਾਇਆ ਗਿਆ ਸੀ ਕਿ ਜਿਹੜੇ ਆਪਣੇ ਸਰਦਾਰ ਅਵਤਾਰ ਸਿੰਘ ਮੱਕੜ ਹੋਣਾ ਨੇ ਆਪਣੀ ਕਾਰ ਦੇ ਪੈਟਰੋਲ ਦੇ ਪੈਸੇ ਚਾਰਜ ਕੀਤੇ ਸਨ ਨਾ ਜੀ 1 ਸਾਲ ਦੇ, ਉਹ ਕਹਿੰਦੇ ਸੀ ਕਿ ਇਹਨਾਂ ਦੀ ਕਾਰ ਜਿਹੜੀ ਹੈ ਉਹ ਅਗਰ ਦਿਨ ਦੇ ਵਿੱਚ 26 ਘੰਟੇ ਚੱਲੇ, ਲਗਾਤਾਰ ਚੱਲੀ ਜਾਵੇ, ਤੇ ਫਿਰ ਵੀ ਇੰਨਾ ਨਹੀਂ ਪੈਟਰੋਲ ਫੂਕ ਸਕਦੀ ਜਿੰਨਾ ਪੈਟਰੋਲ ਇਹਨਾਂ ਨੇ ਚਾਰਜ ਕਰ ਲਿਆ। ਦਿਨ 'ਚ ਵੈਸੇ 24 ਘੰਟੇ ਹੁੰਦੇ ਆ। ਦਿਨ 'ਚ 24 ਘੰਟੇ ਹੁੰਦੇ ਨੇ। ਠੀਕ ਹੈ ਜੀ। ਸੋ ਮਕਸਦ ਇਹ ਹੈ ਕਿ ਇਹ ਘਪਲਾ ਜਿਹੜਾ ਹੈ ਇਹ ਕਿੰਨਾ ਕੁ ਸੱਚਾ ਹੈ, ਕਿੰਨਾ ਕੁ ਝੂਠਾ ਹੈ, ਇਹਦੇ ਬਾਰੇ ਹੁਣ ਇਹ ਢੀਂਡਸਾ ਸਾਹਿਬ ਜਾਂ ਪਰਮਿੰਦਰ ਸਿੰਘ ਢੀਂਡਸਾ ਇਹ ਦੱਸ ਸਕਦੇ ਨੇ ਕਿ ਉਹ ਜਿਹੜਾ ਘਪਲਾ ਜਿਹਦੀ ਮੈਂ ਗੱਲ ਕਰ ਰਿਹਾ ਇਹਦੇ ਬਾਰੇ ਉਹਨਾਂ ਨੂੰ ਪਤਾ ਨਹੀਂ ਸੀ ਜਾਂ ਉਹਨਾਂ ਨੇ ਜ਼ਿਕਰ ਕਰਨਾ ਵਾਜਬ ਨਹੀਂ ਸਮਝਿਆ। ਤੇ ਹੁਣ ਇਸ ਘਪਲੇ ਦਾ ਜਿਹਦਾ ਉਹ ਜ਼ਿਕਰ ਕਰ ਰਹੇ ਨੇ, ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਘਪਲੇ ਤਾਂ ਸ਼ਾਇਦ ਹੋਣਗੇ। ਪਰ ਮੈਨੂੰ ਇੱਕ ਗੱਲ ਇਹ ਨਹੀਂ ਸਮਝ ਆਈ, ਹਾਂਜੀ, ਕਿ ਇਹ 4 ਸਾਲ ਪੁਰਾਣੀ ਗੱਲ ਕਰ ਰਹੇ ਆ। ਹਾਂਜੀ। ਉਸ ਸਮੇਂ ਤੇ ਇਹ ਅਕਾਲੀ ਦਲ ਦੇ ਫਾਈਨਾਂਸ ਮਿਨਿਸਟਰ ਸੀਗੇ। ਬਿਲਕੁਲ ਜੀ। ਉਹ ਕਹਿੰਦੇ ਕਿ ਸਾਨੂੰ ਬਾਅਦ ਦੇ ਵਿੱਚ ਜਦੋਂ ਆਡਿਟ ਹੋਇਆ ਫਿਰ ਪਤਾ ਲੱਗਾ। ਅੱਛਾ ਜੀ। ਲੇਕਿਨ ਗੱਲ ਇਹ ਹੈ ਜੀ ਕਿ ਜਦੋਂ ਅਸੀਂ SGPC ਦੀ ਗੱਲ ਕਰਦੇ ਨਾ, ਤੁਸੀਂ ਪਹਿਲਾਂ ਸਿਰਸਾ ਸਾਹਿਬ ਦੀ ਗੱਲ ਕੀਤੀ ਸੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਚੰਗਾ ਕੰਮ ਕਰ ਰਹੇ ਨੇ, ਚੰਗੀ ਗੱਲ ਹੈ। ਕਾਫੀ ਫਰਕ ਹੈ ਦੋਨਾਂ ਕਮੇਟੀਆਂ ਦੇ ਜਿਹੜਾ ਕਾਰਜਸ਼ੈਲੀ ਆ। ਹਾਂਜੀ ਹਾਂਜੀ। ਲੇਕਿਨ ਅਸੀਂ ਇਹ ਗੱਲ ਵੀ ਨਹੀਂ ਭੁੱਲ ਸਕਦੇ ਕਿ ਕਿਸਾਨ ਅੰਦੋਲਨ ਦੇ ਅੱਧ ਵਿਚਕਾਲੇ ਜਦੋਂ ਅਜੇ ਅੰਦੋਲਨ ਨੂੰ ਚੱਲਦਿਆਂ ਮੇਰੇ ਖਿਆਲ 4 ਜਾਂ 5 ਮਹੀਨੇ ਹੋਏ ਸੀ, ਤੇ ਚੁੱਪ ਚਪੀਤੇ ਬਾਦਲ ਸਾਹਿਬ ਨੇ ਮੌਕਾ ਤਾੜ ਕੇ ਤੇ ਫਿਰ ਉਹਨਾਂ ਨੇ ਬੀਬੀ ਜਗੀਰ ਕੌਰ ਨੂੰ ਇੱਕ ਵਾਰ ਫਿਰ ਪ੍ਰਧਾਨ ਲਾਤਾ ਸ਼੍ਰੋਮਣੀ ਕਮੇਟੀ ਦਾ। ਬਿਲਕੁਲ ਲਾਤਾ ਜੀ। ਤੇ ਮੇਰਾ ਖਿਆਲ ਹੈ ਕਿ ਇੱਕ ਸਧਾਰਨ ਸਿੱਖ ਜਿਹੜਾ ਹੈ, ਹਾਂਜੀ, ਅਸੀਂ ਸ਼ਾਇਦ ਉਹਨਾਂ ਤੋਂ ਵੀ ਨੀਵੇਂ ਆ ਜੀ, ਉਹ ਇਹ ਸੋਚਣੇ ਜ਼ਰੂਰ ਮਜਬੂਰ ਹੈ ਕਿ ਕੀ ਕੋਈ ਬੈਟਰ ਵਿਅਕਤੀ ਜਾਂ ਬੈਟਰ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੀਡ ਨਹੀਂ ਕਰ ਸਕਦਾ। ਮੈਨੂੰ ਲੱਗਦਾ ਬੈਟਰ ਤੇ ਹੋ ਸਕਦੇ ਨੇ ਜੀ। ਹਾਂਜੀ। ਕਠਪੁਤਲੀਆਂ ਨਹੀਂ ਹੋ ਸਕਦੀਆਂ। ਬਸ ਇਹੀ ਗੱਲ ਹੈ। ਪਪਟਸ ਲੱਭਣੇ ਔਖੇ ਨੇ। ਬਿਲਕੁਲ ਜੀ। ਸੋ ਗੱਲ ਇਹ ਹੈ ਜੀ ਕਿ ਇਹ ਆਪਣੇ ਜਿਹੜੇ ਘੁਟਾਲੇ ਦੀ ਆਪਣੇ ਆਪਾਂ ਗੱਲ ਕਰ ਰਹੇ ਹਾਂ, ਮੈਨੂੰ ਲੱਗਦਾ ਹੈ ਕੋਈ, ਮੈਂ ਨਹੀਂ ਕਹਿੰਦਾ ਛੋਟੀ ਗੱਲ ਹੈ, ਲੇਕਿਨ ਇਸ ਤੋਂ ਵੱਡਾ ਘੁਟਾਲਾ ਇਹ ਹੈ ਕਿ ਏਡੀ ਵੱਡੀ ਸੰਸਥਾ, ਜਿਵੇਂ ਤੁਸੀਂ ਦੱਸਿਆ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ, ਮਾਣਮੱਤੀ ਇੰਸਟੀਚਿਊਸ਼ਨ ਹੈ, ਅਗਰ ਉਸ ਨੂੰ ਅਸੀਂ ਇਸ ਤਰ੍ਹਾਂ ਚਲਾ ਰਹੇ ਹਾਂ ਤਾਂ ਮੈਨੂੰ ਲੱਗਦਾ ਉਹ ਜਿਹੜੀ ਹੈ ਉਹ ਜ਼ਿਆਦਾ ਦੁਖਦਾਈ ਤੇ ਜ਼ਿਆਦਾ ਮਾੜੀ ਗੱਲ ਹੈ। ਸੰਸਥਾਵਾਂ ਦੀ ਗਿਰਾਵਟ ਜਿਹੜੀ ਆ ਉਹ ਇੱਕ ਵਾਕਈ ਇੱਕ ਮਾੜੀ ਚੀਜ਼ ਹੈ। ਬਿਲਕੁਲ ਜੀ। ਅਗਲਾ ਸਵਾਲ, ਅਗਲੀ ਗੱਲਬਾਤ ਉਹ ਹੈਗੀ ਆ ਜੀ, ਪੰਜਾਬ ਦੇ ਵਿੱਚ 14 ਫਰਵਰੀ ਨੂੰ ਹੋਣ ਜਾ ਰਹੀਆਂ ਨੇ ਲੋਕਲ ਸੈਲਫ ਗਵਰਨਮੈਂਟ ਦੀਆਂ ਇਲੈਕਸ਼ਨਸ। ਹਾਂਜੀ। ਜਿਹਦੇ ਵਿੱਚ ਨਗਰ ਪੰਚਾਇਤਾਂ ਨੇ, ਨਗਰ ਕੌਂਸਲਸ ਨੇ, ਹਾਂਜੀ, ਤੇ ਨਗਰ ਨਿਗਮ, ਬਿਲਕੁਲ, ਜਿਹਨੂੰ ਆਪਾਂ ਮਿਊਨਿਸਪਲ ਕਾਰਪੋਰੇਸ਼ਨ ਕਹਿ ਦਿੰਦੇ ਹਾਂ। ਹਾਂਜੀ। ਇਹ ਇਲੈਕਸ਼ਨਸ ਜਿਹੜੀਆਂ ਹੋ ਰਹੀਆਂ ਨੇ ਆਪਣੇ ਆਪ ਦੇ ਵਿੱਚ ਨਿਵੇਕਲੀਆਂ ਨੇ। ਹਾਂਜੀ। ਨਿਵੇਕਲੀਆਂ ਇਸ ਤਰ੍ਹਾਂ ਨੇ ਕਿਉਂਕਿ ਇਸ ਉੱਪਰ ਕਿਸਾਨੀ ਅੰਦੋਲਨ ਦਾ ਪ੍ਰਭਾਵ ਪ੍ਰਤੱਖ ਦੇਖਿਆ ਜਾ ਰਿਹਾ। ਕਿਉਂਕਿ ਜਿਹੜੀਆਂ ਖਾਸ ਕਰਕੇ BJP ਦੇ ਕੈਂਡੀਡੇਟਸ ਦੀ ਗੱਲ ਕਰੀਏ ਤੇ ਉਹਨਾਂ ਦਾ ਵਿਰੋਧ ਵੀ ਬੜਾ ਹੋਇਆ। ਕਈ BJP ਦੇ ਕੈਂਡੀਡੇਟਸ ਅੱਜ ਵੀ ਮੈਂ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਤੇ, ਉਹਨਾਂ ਨੇ ਪ੍ਰੈਸ਼ਰ ਦੇ ਵਿੱਚ ਆ ਕੇ, ਜਾਂ ਪਤਾ ਨਹੀਂ ਉਹਨਾਂ ਦੀ ਅੰਤਰਾਤਮਾ ਜਾਗ ਪਈ, ਉਹਨਾਂ ਨੇ ਕਿਹਾ ਵੀ ਮੈਂ ਮਾਫੀ ਮੰਗਦਾ ਕਿ ਮੈਂ BJP ਦੇ ਬਰਗਲਾਵੇ 'ਚ ਆ ਗਿਆ ਸੀਗਾ
ਉਹਨਾਂ ਦੀ ਟਿਕਟ ਤੇ ਇਲੈਕਸ਼ਨ ਲੜਨ ਲੱਗੇ ਸੀ। ਅਸੀਂ ਹੁਣ ਬੀਜੇਪੀ ਨੂੰ ਤੁਹਾਨੂੰ ਕਹਿੰਦੇ ਆ ਵੀ ਵੋਟ ਨਾ ਪਾਓ, ਕਿਸੇ ਵੀ ਕੈਂਡੀਡੇਟ ਨੂੰ ਵੋਟ ਨਾ ਪਾਓ। ਸੋ ਇਹ ਕਿਹੋ ਜਿਹੀ ਕਹਾਣੀ ਚੱਲ ਰਹੀ ਆ ਇਹ ਇਲੈਕਸ਼ਨਸ ਦੇ ਵਿੱਚ, ਜਿਹੜਾ ਪਾਰਟੀਬਾਜ਼ੀ ਵੈਸੇ ਤਾਂ ਪਹਿਲਾਂ ਸ਼ੁਰੂ ਤੋਂ ਹੀ ਹੈਗੀ ਆ, ਪਰ ਇਸ ਵਾਰੀ ਇਹ ਡਿਫਰੈਂਟ ਤਰੀਕੇ ਨਾਲ ਨਜ਼ਰ ਆ ਰਹੀ ਹੈ। ਦੇਖੋ ਜੀ, ਜਿਹੜੀ ਗੱਲ ਤਾਂ ਬੀਜੇਪੀ ਦੀ ਹੈ ਜੀ, ਠੀਕ ਆ ਕਿ ਜਿਹੜਾ ਵਿਰੋਧ, ਕਿਉਂਕਿ ਕਿਸਾਨ ਅੰਦੋਲਨ ਸਮੁੱਚੇ ਭਾਰਤ ਦੇ ਵਿੱਚ ਹੈ, ਖਾਸ ਕਰਕੇ ਨਾਰਥ ਇੰਡੀਆ ਦੀ ਗੱਲ ਕਰੀਏ, ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ ਦੇ ਵਿੱਚ ਬਹੁਤ ਜ਼ਿਆਦਾ ਹੈ, ਅਤੇ ਨਿਸ਼ਚਿਤ ਤੌਰ 'ਤੇ ਬੀਜੇਪੀ ਨੂੰ ਇਸ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਜੀ। ਇੱਕ ਚੀਜ਼ ਤਾਂ ਮੈਂ ਜ਼ਰੂਰ ਕਹਾਂਗਾ ਕਿ ਵਿਰੋਧ ਕਰਨਾ ਕਿਸੇ ਦਾ ਜਿਹੜਾ ਹੈ ਉਹ ਠੀਕ ਹੈ, ਲੇਕਿਨ ਕਿਸੇ ਕਾਇਦੇ ਕਾਨੂੰਨ ਦੇ ਅੰਦਰ ਰਹਿ ਕੇ ਕਰਨਾ ਚਾਹੀਦਾ ਹੈ। ਬਿਲਕੁਲ। ਅਗਰ ਅਸੀਂ ਵਿਰੋਧ ਕਰਦੇ ਕਰਦੇ ਕਿਸੇ ਹੱਦ ਨੂੰ ਪਾਰ ਕਰਦੇ ਹਾਂ ਜਿਹਦੇ ਨਾਲ ਇਸ ਤਰ੍ਹਾਂ ਲੱਗੇ ਕਿ ਇਹ ਤਰੀਕਾ ਜਿਹੜਾ ਹੈ ਇਹ ਸਹੀ ਨਹੀਂ, ਇਹਦੇ ਨਾਲ ਨੁਕਸਾਨ ਹੋਵੇ, ਤਾਂ ਮੇਰਾ ਖਿਆਲ ਇੱਕ ਤਾਂ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਮੈਨੂੰ ਲੱਗਦਾ ਭਾਸ਼ਾ ਤੇ ਜਿਹੜਾ ਤਰੀਕਾ ਦੋਨੋਂ ਹੀ ਆਪਾਂ ਨੂੰ ਬਹੁਤ ਵਧੀਆ ਇਖਤਿਆਰ ਕਰਨਾ ਚਾਹੀਦਾ। ਬਿਲਕੁਲ ਜੀ, ਬਿਲਕੁਲ। ਕਿੰਨੇ ਨਾ ਮਰਿਆਦਾ ਦੇ ਵਿੱਚ ਰਹਿ ਕੇ ਹਾਂਜੀ ਉਹ ਭਾਸ਼ਾ ਯੂਜ਼ ਕਰਨੀ ਚਾਹੀਦੀ। ਕਿਉਂਕਿ ਅਸੀਂ ਕਿਤੇ ਨਾ ਕਿਤੇ ਇਹ ਗੱਲ ਨਹੀਂ ਭੁੱਲ ਸਕਦੇ ਕਿ ਹਿੰਦੁਸਤਾਨ ਦੀ ਪਾਰਲੀਮੈਂਟ 'ਤੇ ਅਟੈਕ ਹੋਇਆ ਜੀ, ਇੱਕ ਅੱਤਵਾਦੀ ਅਜਮਲ ਕਸਾਬ ਜਿਉਂਦਾ ਫੜਿਆ ਗਿਆ। ਬਿਲਕੁਲ। ਉਸ ਦਾ ਕੇਸ ਲੜਨ ਲਈ ਕੋਈ ਵਕੀਲ ਤਿਆਰ ਨਹੀਂ ਸੀ, ਲੇਕਿਨ ਫਿਰ ਇੱਕ ਵਕੀਲ ਤਿਆਰ ਹੋਇਆ, ਉਹਨਾਂ ਨੇ ਉਹਦਾ ਕੇਸ ਲੜਿਆ, ਬਕਾਇਦਾ ਕੋਰਟ ਕਾਰਵਾਈ ਹੋਈ ਹੈ। ਮੇਰਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਦਾ ਮੂੰਹ ਬੋਲਣਾ ਬੰਦ ਨਹੀਂ ਕਰ ਸਕਦੇ ਅਤੇ ਨਾ ਕਰਨ ਦੀ ਜ਼ਰੂਰਤ ਹੈ। ਤੁਸੀਂ ਆਪਣਾ ਪੱਖ ਵਧੀਆ ਤਰੀਕੇ ਨਾਲ ਰੱਖੋ। ਸੋ ਇਹ ਤਾਂ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਜਿਹੜਾ ਬੀਜੇਪੀ ਦੇ ਖਿਲਾਫ ਵਿਰੋਧ ਹੋ ਰਿਹਾ। ਦੂਜੀ ਗੱਲ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿ ਇਹ ਪਤਾ ਨਹੀਂ ਸ਼ਾਇਦ ਪੰਜਾਬ ਦੇ ਵਿੱਚ ਹੈ ਜਾਂ ਸਮੁੱਚੇ ਭਾਰਤ ਦੇ ਵਿੱਚ ਹੈ। ਮੈਂ ਇੱਕ ਸਮਾਂ ਇਹ ਵੀ ਦੇਖਿਆ ਹੈ, ਸ਼ਾਇਦ ਉਹ ਵੱਖਰੀ ਗੱਲ ਸੀ ਜਦੋਂ ਪੰਜਾਬ ਦੇ ਵਿੱਚ ਹਾਲਾਤ ਖਰਾਬ ਸਨ ਅਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਚੁਣੇ ਜਾਂਦੇ ਸਨ। ਬਿਲਕੁਲ। ਸਰਕਾਰ ਨੂੰ ਇੰਝ ਲੱਗਦਾ ਸੀ ਕਿ ਸ਼ਾਇਦ ਇਹ ਜਿਹੜੀ ਸਰਬਸੰਮਤੀ ਨਹੀਂ ਹੁੰਦੀ, ਇਹ ਧੱਕੇ ਨਾਲ ਸਰਪੰਚ ਬਣਾਏ ਜਾਂਦੇ ਸਨ। ਅਤੇ ਮੇਰਾ ਖਿਆਲ ਹੈ ਕਿ ਸਾਡੇ ਸ਼ਾਇਦ ਸੁਣਨ ਵਾਲੇ ਕੁਝ ਜਾਣਦੇ ਹੋਣ ਕਿ ਸਰਕਾਰ ਨੇ ਕਿਉਂਕਿ ਅੱਜ ਕੱਲ੍ਹ ਪੈਸੇ ਮਿਲਦੇ ਨੇ ਜਿਸ ਪਿੰਡ ਦੇ ਵਿੱਚ ਸਰਬਸੰਮਤੀ ਹੋਵੇ, ਉਸ ਵੇਲੇ ਪੈਸੇ ਮਿਲੇ ਸਨ ਜਿਸ ਪਿੰਡ ਦੇ ਵਿੱਚ ਸਰਬਸੰਮਤੀ ਨਾ ਹੋਵੇ। ਅੱਛਾ ਜੀ। ਇੱਕ ਦੋ ਵਾਰ ਇਹ ਵੀ ਹੋਇਆ, ਲੇਕਿਨ ਹੁਣ ਜਿਹੜਾ ਇਲੈਕਸ਼ਨ ਦਾ ਮਾਹੌਲ ਹੈ, ਭਾਵੇਂ ਪੰਚਾਇਤੀ ਇਲੈਕਸ਼ਨਾਂ ਹੋਣ, ਮੇਰਾ ਖਿਆਲ ਅਜੇ ਪਰਸੋਂ ਦੀ ਗੱਲ ਹੈ, ਆਪਣੇ ਪੰਜਾਬ ਦੇ ਵਿੱਚ ਹੀ 2 ਵਿਅਕਤੀਆਂ ਨੇ ਆਪਣੀਆਂ ਜਾਨਾਂ ਗਵਾਈਆਂ ਨੇ। ਬਿਲਕੁਲ। ਗੱਡੀ ਥੱਲੇ ਉਹ ਆਏ ਨੇ। ਕੀ ਹੋਇਆ, ਮੇਰਾ ਖਿਆਲ ਜੋ ਵੀ ਕੋਰਟ ਕਚਹਿਰੀ ਹੋਏਗੀ ਉਸ ਤੋਂ ਬਾਅਦ ਸਾਹਮਣੇ ਆਵੇਗਾ। ਲੇਕਿਨ ਠੀਕ ਹੈ, ਰਾਜਨੀਤੀ ਦੇ ਵਿੱਚ ਹਿੱਸਾ ਲੈਣਾ ਜ਼ਰੂਰੀ ਹੈ, ਲੇਕਿਨ ਅਸੀਂ ਇਸ ਹੱਦ ਤੱਕ ਅਸੀਂ ਇੱਕ ਦੂਜੇ 'ਤੇ ਚੱਕੜਬਾਜੀ ਜਾਂ ਇੱਕ ਦੂਜੇ 'ਤੇ ਗਲਤ ਤਰੀਕੇ ਦੇ ਨਾਲ ਪ੍ਰਭਾਵ ਪਾਉਣ ਦਾ ਯਤਨ ਕਰਦੇ। ਮੈਨੂੰ ਲੱਗਦਾ ਥੋੜ੍ਹਾ ਜਿਹਾ ਪੰਜਾਬ ਦੇ ਵਿੱਚ ਜਾਂ ਪੰਜਾਬੀਆਂ ਨੂੰ ਅਸੀਂ ਠੀਕ ਆ, ਅਸੀਂ ਪੋਲੀਟਿਕਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਾਂ, ਪਰ ਕਿਸੇ ਚੀਜ਼ ਨੂੰ ਕਰਨ ਦਾ ਇੱਕ ਤਰੀਕਾ ਹੁੰਦਾ, ਅਸੀਂ ਉਸ ਜ਼ਾਬਤੇ ਦੇ ਵਿੱਚ, ਡਿਸਿਪਲਿਨ ਦੇ ਵਿੱਚ ਰਹਿ ਕੇ ਕਰੀਏ ਤਾਂ ਚੰਗਾ ਲੱਗਦਾ। ਵਾਕਈ ਬਹੁਤ ਸੋਹਣਾ ਸੁਨੇਹਾ ਦੇ ਰਹੇ ਜੀ ਤੁਸੀਂ। ਹਾਂਜੀ, ਅਗਲੀ ਗੱਲਬਾਤ ਕਰਦੇ ਹਾਂ ਜੀ, ਜਿਹੜਾ ਕਿਸਾਨੀ ਅੰਦੋਲਨ ਆ ਇਸ ਵੇਲੇ ਮੌਜੂਦਾ ਹਾਲਾਤਾਂ ਦੇ ਵਿੱਚ ਸਭ ਤੋਂ ਵੱਡਾ ਮੁੱਦਾ। ਹਾਂਜੀ, ਪਹਿਲਾਂ ਇਸ ਦੀ ਗੱਲਬਾਤ ਜਿਹੜੀ ਸੀ ਸਾਨੂੰ ਟਵਿੱਟਰ 'ਤੇ ਸੁਣੀ, ਇੰਟਰਨੈਸ਼ਨਲ ਲੈਵਲ 'ਤੇ ਵੀ ਗੱਲਬਾਤ ਚੱਲੀ, ਹੁਣ ਇਸ ਦੀ ਜਿਹੜੀ ਗੂੰਜ ਆ ਉਹ ਇੰਡੀਅਨ ਪਾਰਲੀਮੈਂਟ ਦੇ ਦੋਨੋਂ ਸਦਨ, ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਵੀ ਪਈ। ਸਭ ਤੋਂ ਪਹਿਲਾਂ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਾਫੀ ਲੰਬਾ ਚੌੜਾ ਭਾਸ਼ਣ ਦਿੱਤਾ। ਹਾਂਜੀ, ਉਹਦੇ ਵਿੱਚ 1-2 ਗੱਲਾਂ ਬੜੀਆਂ ਖਾਸ ਨੋਟ ਕਰਨ ਵਾਲੀਆਂ ਸੀ। ਉਹਨਾਂ ਨੇ ਕਿਹਾ ਕਿ ਸਿੱਖ ਜਿਹੜੇ ਨੇ ਬੜੇ ਬਹਾਦਰ ਨੇ, ਇਹਨਾਂ ਨੇ ਦੇਸ਼ ਦੇ ਲਈ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ, ਇਹਨਾਂ ਨੂੰ ਅਸੀਂ ਭੁੱਲ ਨਹੀਂ ਸਕਦੇ, ਅੱਖੋਂ ਪਰੋਖਾ ਨਹੀਂ ਕਰ ਸਕਦੇ। ਇੱਕ ਉਹਨਾਂ ਨੇ ਜ਼ਿਕਰ ਕੀਤਾ ਕਿ ਮੈਨੂੰ ਕੁਝ ਸਮਾਂ ਪੰਜਾਬ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ। ਸੋ ਇਹ ਕਿਹੜੇ ਮੌਕੇ ਦੀ ਗੱਲ ਕਰਦੇ ਸੀ? ਦੂਜਾ ਸਵਾਲ, ਉਹਨਾਂ ਨੇ 2 ਨਵੀਆਂ ਟਰਮੀਨੋਲੋਜੀਜ਼ ਯੂਜ਼ ਕੀਤੀਆਂ। ਇੱਕ ਸੀਗੀ ਜੀ ਅੰਦੋਲਨ ਜੀਵੀ ਅਤੇ ਪਰਜੀਵੀ, ਜਿਸ ਦਾ ਸਾਰੀ ਦੁਨੀਆ ਦੇ ਵਿੱਚ ਕਿਸਾਨੀ ਦੇ ਅੰਦੋਲਨ ਦੇ ਨਾਲ ਜਿੰਨੇ ਵੀ ਸਮਰਥਕ ਜੁੜੇ ਨੇ ਉਹਨਾਂ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਸੋ ਇਹਨਾਂ ਦੋਨਾਂ ਚੀਜ਼ਾਂ ਦੇ ਸੰਬੰਧ ਵਿੱਚ ਤੁਸੀਂ ਕੀ ਸੋਚਦੇ ਜੀ? ਦੇਖੋ ਜੀ, ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਉਹਨਾਂ ਦਾ ਗੱਲਬਾਤ ਕਰਨ ਦਾ ਲਹਿਜਾ ਜਾਂ ਉਹਨਾਂ ਦਾ ਆਮ ਪਬਲਿਕ ਦੇ ਨਾਲ ਜਿਹੜਾ ਕਨੈਕਟ ਕਰਨ ਦਾ ਇੱਕ ਤਰੀਕਾ ਜਿਹੜਾ ਹੈ, ਉਹਨੂੰ ਬਹੁਤ ਲੋਕ ਮੰਨਦੇ ਨੇ ਕਿ ਬਹੁਤ ਵਧੀਆ ਹੈ, ਜਿਹੜਾ ਕਿ ਉਹਨਾਂ ਦੀ ਕਾਮਯਾਬੀ ਦਾ ਇੱਕ ਜਿਹੜਾ ਰਾਜ ਇਹ ਵੀ ਹੈ। ਬਿਲਕੁਲ। ਲੇਕਿਨ ਜ਼ਰੂਰੀ ਨਹੀਂ ਕਿ ਅਸੀਂ ਹਰ ਵੇਲੇ ਅਤੇ ਹਰ ਗੱਲ ਨੂੰ ਸਹੀ ਤਰੀਕੇ ਨਾਲ ਕਰੀਏ। ਬਿਲਕੁਲ। ਜਿਹੜੀ ਤਾਂ ਗੱਲ ਅੰਦੋਲਨ ਜੀਵੀ ਦੀ ਹੈ ਜਾਂ ਪਰਜੀਵੀ ਦੀ ਗੱਲ ਹੈ ਜੀ, ਅਸੀਂ ਸਾਰੇ ਸਮਝ ਸਕਦੇ ਹਾਂ ਤਕਰੀਬਨ ਕਿ ਕਿਹਨਾਂ ਵਿਅਕਤੀਆਂ ਦਾ ਉਹ ਜ਼ਿਕਰ ਕਰ ਰਹੇ ਨੇ। ਸ਼ਾਇਦ ਮੋਟੇ ਤੌਰ 'ਤੇ ਉਹਨਾਂ ਵਿਅਕਤੀਆਂ ਦਾ ਜ਼ਿਕਰ ਕਰ ਰਹੇ ਨੇ ਜਿਨ੍ਹਾਂ ਬਾਰੇ ਉਹਨਾਂ ਨੂੰ ਇੰਝ ਲੱਗਦਾ ਕਿ ਕਿਸੇ ਕਿਸਮ ਦੀ ਵੀ
ਅੰਦੋਲਨ ਭਾਰਤ ਦੇ ਵਿੱਚ ਕਿਸੇ ਕਿਸਮ ਦਾ ਅੰਦੋਲਨ ਹੋਵੇ ਤੇ ਉਹਨਾਂ ਦੇ ਚਿਹਰੇ ਸਾਹਮਣੇ ਆ ਜਾਂਦੇ ਨੇ। ਮਸਲਨ ਤੌਰ ਤੇ ਮੈਂ ਜੋਗਿੰਦਰ ਯਾਦਵ ਉਹਨਾਂ ਦਾ ਨਾਮ ਲੈ ਸਕਦਾ, ਹੋਰ ਵੀ ਕੁਝ ਮੇਦਾ ਪਾਟੇਕਰ ਦਾ ਲੈ ਲਓ, ਬੇਦਾ ਪਾਟੇਕਰ ਦਾ ਲੈ ਲਓ, ਹੋਰ ਬਹੁਤ ਸਾਰੇ। ਪਰ ਇੱਕ ਗੱਲ ਮੈਂ ਇੱਥੇ ਐਡ ਹੋਰ ਕਰਨੀ ਚਾਹਾਂਗਾ ਜੀ। ਹਾਂਜੀ, ਜਦੋਂ ਇਹ ਵਿਪਕਸ਼ ਦੇ ਵਿੱਚ ਸਨ, ਆਪੋਜੀਸ਼ਨ ਪਾਰਟੀ ਦੇ ਵਿੱਚ ਸਨ, ਬਿਲਕੁਲ ਇਹ ਵੀ ਤੇ ਅੰਦੋਲਨ ਕਰਦੇ ਸੀ। ਦੇਖੋ ਜੀ, ਗੱਲ ਇਹ ਬਹੁਤ ਦੂਰ ਜਾਣ ਦੀ ਲੋੜ, ਕਦੀ ਸਿਲੰਡਰ ਇਹਨਾਂ ਨੇ ਮੋਢੇ ਤੇ ਚੱਕੇ ਹੁੰਦੇ ਸੀ, ਕਦੇ ਪਿਆਜ਼ਾਂ ਦੇ ਹਾਰ ਬਣਾ ਕੇ ਗਲੇ 'ਚ ਪਾਏ ਹੁੰਦੇ ਸੀ ਇਹਨਾਂ ਨੇ। ਬਹੁਤ ਦੂਰ ਜਾਣ ਦੀ ਗੱਲ ਨਹੀਂ। ਮੈਂ ਇੱਕ ਥੋੜਾ ਜਿਹਾ ਇਹਦਾ ਇੱਕ ਜਿਹੜਾ ਵੱਖਰਾ ਇੱਕ ਵਿਊ ਹੈ। ਹਾਂਜੀ, ਕਿਉਂਕਿ ਅੰਨਾ ਹਜ਼ਾਰੇ, ਹਾਂਜੀ, ਕਿਰਨ ਬੇਦੀ, ਹਾਂਜੀ, ਇਹ ਦੋ ਅਜਿਹੇ ਨਾਮ ਨੇ ਜਿਹੜੀ ਮੋਦੀ ਸਾਹਿਬ ਦੇ ਸਰਕਾਰ ਆਉਣ ਤੋਂ ਪਹਿਲਾਂ ਜਿਹੜਾ ਵੱਡਾ ਅੰਦੋਲਨ ਹੋਇਆ ਮਨਮੋਹਨ ਸਿੰਘ ਸਰਕਾਰ ਦੇ ਖਿਲਾਫ, ਉਹਦੇ ਵਿੱਚ ਦੋਨੇ ਹੀ ਮੁੱਖ ਚਿਹਰੇ ਸਨ। ਤੀਜਾ ਨਾਮ ਮੈਂ ਐਡ ਕਰ ਦਿੰਦਾ ਜੀ। ਹਾਂਜੀ, ਬਾਬਾ ਰਾਮਦੇਵ ਜੀ। ਚਲੋ, ਬਾਬਾ ਰਾਮਦੇਵ ਜੀ ਦਾ ਬਿਜ਼ਨਸ ਬਹੁਤ ਸੋਹਣਾ ਚੱਲ ਰਿਹਾ, ਉਹਨਾਂ ਨੇ ਚਲਾ ਵੀ ਲਿਆ, ਉਹਨਾਂ ਨੂੰ ਬੈਨੀਫਿਟ ਮਿਲ ਰਿਹਾ ਜੀ। ਕਿਰਨ ਬੇਦੀ ਜੀ ਵੀ ਰਾਜਪਾਲ ਬਣ ਕੇ ਬਹਿ ਗਏ ਨੇ। ਬਿਲਕੁਲ। ਅੰਨਾ ਹਜ਼ਾਰੇ ਜੀ ਆਰਾਮ ਕਰ ਰਹੇ ਨੇ ਜੀ। ਸੋ ਗੱਲ ਇਹ ਹੈ ਕਿ ਇਹ ਤੋਂ ਹੁਣ ਇਹ ਗੱਲ ਲੱਗਦੀ ਹੈ ਕਿ ਕੀ ਗੱਲ ਉਹਨਾਂ ਨੂੰ ਅਗਰ ਅਸੀਂ ਅੰਨਾ ਹਜ਼ਾਰੇ ਬਾਰੇ ਗੱਲ ਕਰੀਏ ਤੇ ਹੁਣ ਕਿਸਾਨਾਂ ਦਾ ਅੰਦੋਲਨ ਦਾ ਉਹਨਾਂ ਦਾ ਕਦੀ ਬਿਆਨ ਮੈਂ ਜ਼ਰੂਰ ਸੁਣਦਾ, ਲੇਕਿਨ ਇਸ ਤੋਂ ਅੱਗੇ ਉਹ ਕੁਝ ਵੀ ਨਹੀਂ ਬੋਲਦੇ ਤੇ ਲੇਕਿਨ ਜਿਹੜੇ ਅੰਦੋਲਨ ਜੀਵੀ ਨੇ, ਜਿਹੜੇ ਕਿਸੇ ਅੰਦੋਲਨ ਨੂੰ ਲੈ ਕੇ ਤੇ ਕੋਈ ਕੁਰਸੀ ਲੈ ਕੇ ਕਿਤੇ ਬੈਠੇ ਨਹੀਂ, ਅਸੀਂ ਉਹਨਾਂ ਨਾਲ ਮੁਕਾਬਲਾ ਕਰਦੇ ਹਾਂ। ਦੂਜੀ ਗੱਲ ਇਹ ਹੈ ਕਿ ਅਸੀਂ ਨਵਦੀਪ ਕੌਰ ਦੀ ਗੱਲ ਤੁਸੀਂ ਕੀਤੀ ਸੀ ਤੇ ਆਪਾਂ ਡਿਸਕਸ ਕੀਤਾ ਹੈ। ਇਹ ਵਿਅਕਤੀ ਉਹ ਨੇ ਜਿਨ੍ਹਾਂ ਨੇ ਸਿਸਟਮ ਦੇ ਵਿੱਚ ਜਿੱਥੇ ਕਿਤੇ ਵੀ ਇਹਨਾਂ ਨੂੰ ਲੱਗਦਾ ਹੈ ਕਿ ਆਪਣੀ ਧੱਕੇਸ਼ਾਹੀ ਹੋ ਰਹੀ ਹੈ, ਉਹਨਾਂ ਨੇ ਲੜਨਾ ਹੈ ਜੀ। ਇੱਕ ਵਿਅਕਤੀ ਹੋਰ ਨੇ ਪ੍ਰਸ਼ਾਂਤ ਭੂਸ਼ਣ। ਹਾਂਜੀ, ਮੈਂ ਉਹਨਾਂ ਦੀ 5 ਸਾਲ ਪੁਰਾਣੀ ਮੈਨੂੰ ਕਿਸੇ ਨੇ ਇੱਕ ਇੰਟਰਵਿਊ ਲੈ ਕੇ ਭੇਜੀ। ਪ੍ਰਸ਼ਾਂਤ ਭੂਸ਼ਣ ਨੂੰ ਰਵੀਸ਼ ਕੁਮਾਰ ਜੀ ਇੰਟਰਵਿਊ ਕਰ ਰਹੇ ਨੇ। ਅੱਛਾ ਜੀ। ਉਹਨਾਂ ਦੇ ਵਿੱਚ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਜਿਹੜਾ ਕੋਲ ਮਾਈਨਾਂ ਦੀ ਅਲਾਟਮੈਂਟ ਦੇ ਵਿੱਚ ਜਿਹੜਾ ਕੈਗ, ਜਿਹੜਾ ਕਾਉਂਟਨ ਆਡੀਟਰ ਜਨਰਲ ਆਫ ਇੰਡੀਆ, ਹਾਂਜੀ, ਉਹਨਾਂ ਨੇ ਜਿਹੜਾ ਕਿਹਾ ਕਿ ਇਹਦੇ ਵਿੱਚ ਜਿਹੜੀ ਨਿਲਾਮੀ ਸਹੀ ਤਰੀਕੇ ਨਾਲ ਨਹੀਂ ਉਹਦੇ ਬਾਰੇ ਬੜੀ ਡਿਟੇਲ ਨਾਲ ਗੱਲ ਕਰਦੇ ਨੇ, ਉਹ ਕਿਸ ਤਰ੍ਹਾਂ ਉਹਨੇ ਦੱਸਿਆ। ਲੇਕਿਨ ਉਸ ਦੇ ਨਾਲ ਉਹਨਾਂ ਨੇ ਉਸ ਵੇਲੇ ਜਿਹੜੀਆਂ ਭਾਜਪਾ ਦੀਆਂ ਸਰਕਾਰਾਂ ਸਨ ਉਹਨਾਂ ਬਾਰੇ ਵੀ ਦੱਸਿਆ। ਲੇਕਿਨ ਅੱਜ ਇਹ ਦੋ ਵਿਅਕਤੀ ਜਿਨ੍ਹਾਂ ਦਾ ਮੈਂ ਨਾਮ ਲਿਆ, ਸਮੁੱਚੀ ਜਿਹੜੀ ਭਾਰਤ ਦੀ ਸਰਕਾਰ ਹੈ ਉਹਨਾਂ ਦੇ ਪਿੱਛੇ ਹੱਥ ਧੋ ਕੇ ਪਈ ਹੋਈ ਹੈ ਜੀ। ਗੱਲ ਇਹ ਹੈ ਕਿ ਅੰਦੋਲਨ ਜੀਵੀ ਜਾਂ ਪਰਜੀਵੀ ਅਸੀਂ ਉਦੋਂ ਕਹਿੰਦੇ ਜਦੋਂ ਸਾਡੇ ਉਲਟ ਖੜੇ ਹੁੰਦੇ ਨੇ, ਜਦੋਂ ਕਿਸੇ ਹੋਰ ਦੇ ਉਲਟ ਖੜੇ ਹੁੰਦੇ ਨੇ, ਸਾਡੇ ਫੇਵਰ 'ਚ ਬੋਲਦੇ ਨੇ, ਫਿਰ ਉਹ ਠੀਕ ਨੇ। ਇੱਕ ਗੱਲ ਹੋਰ ਐਡ ਕਰਦਾ ਜੀ ਇੱਥੇ, ਹਾਂਜੀ, ਮੈਨੂੰ ਚਾਣਚੱਕ ਜਹਨ ਦੇ ਵਿੱਚ ਆ ਗਈ। ਗੁਲਾਮ ਨਬੀ ਆਜ਼ਾਦ ਸਾਹਿਬ, ਬਿਲਕੁਲ ਜੀ, ਜਿਹੜੇ ਕਿ ਕਾਂਗਰਸ ਦੇ MP ਵੀ ਨੇ ਔਰ ਰਾਜ ਸਭਾ ਦੇ ਵਿੱਚ ਆਪੋਜੀਸ਼ਨ ਦੇ ਲੀਡਰ ਵੀ ਸੀ। ਹਾਂਜੀ, ਉਹਨਾਂ ਨੇ ਵਿਆਖਿਆ ਸਹਿਤ 5 ਇਹੋ ਜਿਹੇ ਐਪੀਸੋਡ ਗਿਣਾਏ ਜਿਹੜੇ ਕਿ ਆਜ਼ਾਦੀ ਤੋਂ ਪਹਿਲਾਂ ਕਿਰਸਾਨੀ ਨਾਲ ਸੰਬੰਧਿਤ ਅੰਦੋਲਨ ਸਨ। ਬਿਲਕੁਲ ਜੀ। ਔਰ ਸਾਰੇ ਅੰਦੋਲਨਾਂ ਦੇ ਵਿੱਚ ਅੰਗਰੇਜ਼ੀ ਹਕੂਮਤ ਨੂੰ ਕਿਸਾਨਾਂ ਦੇ ਅੱਗੇ, ਕਿਰਸਾਨੀ ਅੰਦੋਲਨਾਂ ਦੇ ਅੱਗੇ ਝੁਕਣਾ ਪਿਆ, ਕਾਨੂੰਨ ਵਾਪਸ ਲੈਣੇ ਪਏ। ਬਿਲਕੁਲ ਜੀ, ਬਿਲਕੁਲ। ਸੋ ਅੰਦੋਲਨ ਤੇ ਜਿਹੜੇ ਨੇ ਜੀ ਸਾਡੀ ਆਜ਼ਾਦੀ ਤੋਂ ਪਹਿਲਾਂ ਵੀ ਚੱਲਦੇ ਰਹੇ ਨੇ ਤੇ ਆਜ਼ਾਦੀ ਤੋਂ ਬਾਅਦ ਵੀ ਚੱਲਦੇ ਰਹੇ ਨੇ, ਤੇ ਮੈਨੂੰ ਲੱਗਦਾ ਵੀ ਜਦੋਂ ਤੱਕ ਸਾਡੀਆਂ ਜਿਹੜੀਆਂ ਜ਼ਮੀਰਾਂ ਜਾਗਦੀਆਂ ਨੇ ਚੱਲਦੇ ਰਹਿਣਗੇ। ਬਿਲਕੁਲ ਜੀ। ਥੋੜੀ ਜਿਹੀ ਗੱਲ ਆਪਾਂ ਹਰਸਿਮਰਤ ਕੌਰ ਬਾਦਲ ਦੀ ਕਰ ਲੈਂਦੇ ਹਾਂ। ਠੀਕ ਹੈ ਜੀ। ਤੇ ਰਾਹੁਲ ਗਾਂਧੀ ਜੀ ਬਾਰੇ ਵੀ ਕਰ ਲੈਂਦੇ ਹਾਂ। ਠੀਕ ਹੈ ਜੀ। ਹਰਸਿਮਰਤ ਕੌਰ ਬਾਦਲ ਨੇ ਜਿਸ ਤਰੀਕੇ ਨਾਲ ਕਿਰਸਾਨੀ ਹੱਕਾਂ ਦੀ ਉੱਥੇ ਵਕਾਲਤ ਕੀਤੀ, ਹਾਂਜੀ, ਮੈਨੂੰ ਲੱਗਿਆ ਵੀ ਇਹ ਪਾਰਟੀ ਜਿਹੜੀ ਆ ਪੂਰੀ ਪੱਖ ਵਿੱਚ ਆ ਗਈ ਕਿਰਸਾਨੀ ਦੇ। ਹਾਂਜੀ। ਪਰ ਤੁਹਾਨੂੰ ਕੀ ਲੱਗਦਾ ਵੀ ਕਿਤੇ ਰਾਜਨੀਤਿਕ ਆਪਣੀ ਜਿਹੜੀ ਉਹਨਾਂ ਨੂੰ ਪਕੜ ਜਿਹੜੀ ਆ ਉਹ ਖੁੱਸਦੀ ਨਜ਼ਰ ਆ ਰਹੀ ਸੀ, ਇਸ ਕਰਕੇ ਸੱਚੀ ਉਹਨਾਂ ਨੂੰ ਕਿਰਸਾਨੀ ਨਾਲ ਪਿਆਰ ਜਾਗ ਪਿਆ? ਦੇਖੋ ਜੀ, ਗੱਲ ਕੱਲੀ ਹਰਸਿਮਰਤ ਕੌਰ ਬਾਦਲ ਦੀ ਨਹੀਂ ਜੀ। ਮੈਨੂੰ ਨਹੀਂ ਪਤਾ ਤੁਸੀਂ ਕਦੀ PTC ਟੈਲੀਵਿਜ਼ਨ ਦੇਖਦੇ ਹੋ। ਅਗਰ PTC ਟੈਲੀਵਿਜ਼ਨ 2 ਮਹੀਨੇ ਪਹਿਲਾਂ ਜੋ ਉਸ ਤੋਂ 4 ਮਹੀਨੇ ਪਹਿਲਾਂ ਦੇਖੋ ਤੇ ਜ਼ਮੀਨ ਅਸਮਾਨ ਦਾ ਫਰਕ ਹੈ। ਬਿਲਕੁਲ। ਸੋ ਮੈਨੂੰ ਲੱਗਦਾ ਹੈ ਇਕੱਲੀ ਹਰਸਿਮਰਤ ਕੌਰ ਬਾਦਲ ਦੀ ਗੱਲ ਨਹੀਂ ਹੈ, ਉਹ ਸਮੁੱਚਾ ਜਿਹੜਾ ਇੱਕ ਆਰਗੇਨਾਈਜੇਸ਼ਨ ਹੈ, ਜਿਹੜਾ ਢਾਂਚਾ ਹੈ, ਉਹਨਾਂ ਨੂੰ ਸ਼ਾਇਦ ਆਪਣੀ ਜਿਹੜੀ ਉਹਨਾਂ ਦੀ ਜ਼ਰੂਰਤ ਹੈ ਉਸ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਸਾਰਾ ਕੋਈ ਤਬਦੀਲੀ ਕਰ ਲਈ ਹੈ। ਜਦੋਂ ਇਹਨਾਂ ਦਾ ਤੋੜ ਵਿਛੋੜਾ ਹੋਇਆ ਜੀ BJP ਤੋਂ, ਹਾਂਜੀ, ਉਸ ਤੋਂ ਪਹਿਲਾਂ ਵੱਡੇ ਬਾਦਲ ਸਾਹਿਬ, ਬਿਲਕੁਲ ਜੀ, ਛੋਟੇ ਬਾਦਲ ਸਾਹਿਬ, ਹਾਂਜੀ, ਹਰਸਿਮਰਤ ਬਾਦਲ ਤੇ ਆਪਣੇ ਜਿਹੜੇ ਮਜੀਠੀਆ ਸਾਹਿਬ, ਹਾਂਜੀ, ਇਹ ਸਾਰੇ ਹੀ ਕਿਰਸਾਨੀ ਅੰਦੋਲਨਾਂ ਦੇ ਫਾਇਦੇ ਗਿਣਾਉਂਦੇ ਸੀਗੇ। ਚਾਣਚੱਕ ਇਹਨਾਂ ਦੀ ਸੋਚ ਵਿੱਚ ਇਹਨਾਂ ਬਦਲਾਅ ਕਿਵੇਂ ਆ ਗਿਆ? ਗੱਲ ਇਹ ਲੱਗ ਜਾਏ ਜੀ ਕਿ ਵੈਸੇ ਤਾਂ ਅੱਜ ਗੱਲ ਸਿੰਪਲ ਲੱਗ ਰਹੀ ਹੈ, ਪਰ ਹੋ ਸਕਦਾ ਉਹਨਾਂ ਨੂੰ ਸਾਡੇ ਤੋਂ ਵੱਧ ਤਜਰਬਾ ਹੋਵੇ। ਉਹਨਾਂ ਨੂੰ ਪਤਾ ਹੈ ਕਿ ਲੋਕਾਂ ਦੀ ਜਿਹੜੀ ਯਾਦਦਾਸ਼ਤ ਹੈ ਬਹੁਤੀ ਲੰਬੀ ਨਹੀਂ ਹੈਗੀ, ਲੋਕਾਂ ਨੇ ਭੁੱਲ ਜਾਣਾ, ਲੇਕਿਨ ਸਮਾਂ ਦੱਸੇਗਾ ਲੋਕ ਕਿੰਨਾ ਕੁ ਭੁੱਲਦੇ ਨੇ, ਕਿੰਨਾ ਕੁ ਯਾਦ ਰੱਖਦੇ ਨੇ ਜੀ। ਤੇ ਜਾਂਦੇ ਰਾਹੁਲ ਗਾਂਧੀ ਜੀ ਇਹਨਾਂ ਕਾਲੇ ਕਾਨੂੰਨਾਂ ਦੀ ਗੱਲ ਕਰ ਲਓ ਜਾਂ ਫਾਰਮਿੰਗ ਲਾਅਸ ਦੀ ਗੱਲ ਕਰ ਲਓ, ਉਹਦੇ ਇੰਟੈਂਟ ਤੇ ਕੰਟੈਂਟ ਬਾਰੇ ਵੀ ਗੱਲ ਕਰਕੇ ਗਏ। ਦੇਖੋ, ਜਿਹੜਾ ਸਵਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਉਹਨਾਂ 'ਤੇ ਕੀਤਾ ਸੀ, ਮੈਂ ਸਮਝਦਾ ਕਿ ਇਸ ਵਕਤ ਉਹਨਾਂ ਨੇ ਬੜੇ ਢੁਕਵੇਂ ਤਰੀਕੇ ਦੇ ਨਾਲ ਉਸ ਦਾ ਆਨਸਰ ਜ਼ਰੂਰ ਕੀਤਾ, ਲੇਕਿਨ ਜਿਵੇਂ ਕਹਿੰਦੇ ਨੇ ਕਿ ਇੱਕ ਪ੍ਰਭਾਵ ਜਿਹੜਾ ਹੈ ਨਾ, ਜਿਹੜਾ ਤੁਹਾਡਾ ਇੱਕ ਪੁਰਾਣਾ ਕਹਿੰਦੇ ਨੇ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ। ਰਾਹੁਲ ਗਾਂਧੀ ਸਾਹਿਬ ਦੀ ਮੈਨੂੰ ਇਹ ਸਮੱਸਿਆ ਲੱਗਦੀ ਹੈ ਕਿ ਜਿਹੜੇ ਫਸਟ
ਤਾਂ ਨਹੀਂ ਸੈਕੰਡ ਥਰਡ ਫੋਰਥ ਇੰਪ੍ਰੈਸ਼ਨ ਵੀ ਜਿਹੜੇ ਨੇ ਉਹ ਕੋ ਬਹੁਤ ਚੰਗੇ ਨਹੀਂ। ਅਗਰ ਇੱਕ ਅੱਧਾ ਇੰਪ੍ਰੈਸ਼ਨ ਚੰਗਾ ਆ ਵੀ ਜਾਵੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਫੇਵਰ ਨਹੀਂ ਕਰਦਾ। ਇਹ ਸਮਾਂ ਦੱਸੇਗਾ ਆਉਣ ਵਾਲਾ ਕਿ ਜਿਹੜੀ ਆਪਣੇ ਕਾਂਗਰਸ ਪਾਰਟੀ ਹੈ, ਕਿਉਂਕਿ ਉਹੀ ਇੱਕ ਵਿਰੋਧੀ ਧਿਰ ਬਣਨ ਦੀ ਸਮਰੱਥ ਹੈ। ਖੈਰ ਵਿਰੋਧੀ ਧਿਰ ਤਾਂ ਹੈ ਜਿਹੜੀ ਮੁਕਾਬਲਾ ਦੇ ਸਕਣ, ਜਿਹੜੀ ਸਮਰੱਥ ਵਿਰੋਧੀ ਧਿਰ, ਕਿਉਂਕਿ ਇਸ ਵਕਤ ਮੈਂ ਕਹਾਂਗਾ ਕਿ ਭਾਰਤ ਦੇ ਵਿੱਚ ਵਿਰੋਧੀ ਧਿਰ ਕੋਈ ਨਹੀਂ ਹੈ। ਸਰਕਾਰ ਨੇ ਕੋਈ ਜਿਹੜੇ ਕਿਸਾਨੀ ਕਾਨੂੰਨ ਉਹਨਾਂ ਨੇ ਲਿਆਂਦੇ ਨੇ ਬਿਨਾਂ ਕਿਸੇ ਡਿਸਕਸ਼ਨ ਦੇ, ਬਿਨਾਂ ਕਿਸੇ ਵਿਚਾਰ ਦੇ, ਬੜੇ ਉਹਨਾਂ ਨੇ ਧੱਕੇ ਨਾਲ ਜਿਹੜੇ ਕਾਨੂੰਨ ਲਿਆਂਦੇ ਨੇ, ਔਰ ਉਹ ਇਸੇ ਗੱਲ ਦਾ ਨਤੀਜਾ ਹੈ ਕਿ ਉਹਨਾਂ ਦੇ ਕੋਲ ਪੂਰੀ ਮੈਜੋਰਟੀ ਸੀ, ਉਹਨੇ ਪੂਰੀ ਧੱਕੇਸ਼ਾਹੀ ਕੀਤੀ ਹੈ। ਭਾਜੀ ਮੁੱਦੇ ਤਾਂ ਹੋਰ ਵੀ ਕਾਫੀ ਨੇ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅੱਜ ਦਾ ਪ੍ਰੋਗਰਾਮ ਆਪਾਂ ਨੂੰ ਇੱਥੇ ਸਮੇਟਣਾ ਪਵੇਗਾ। ਤੁਸੀਂ ਸਟੂਡੀਓ ਵਿੱਚ ਆਏ, ਸਮਾਂ ਕੱਢਿਆ, ਸਾਡੇ ਦਰਸ਼ਕਾਂ ਨਾਲ ਵੱਖ-ਵੱਖ ਮਸਲਿਆਂ ਉੱਪਰ ਗੱਲਬਾਤ ਕੀਤੀ, ਬਹੁਤ-ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਦੀ ਟੀਮ ਦੇ ਅਹਿਮ ਮੈਂਬਰ ਸਰਦਾਰ ਗੁਰਿੰਦਰ ਸਿੰਘ ਜੀ, ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਪਰ ਗੱਲਬਾਤ ਕੀਤੀ। ਆਸ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਆਉਣ ਵਾਲੇ ਐਪੀਸੋਡਸ ਦੇ ਵਿੱਚ ਐਡਮਿੰਟਨ ਸ਼ਹਿਰ ਦੇ ਹੋਰ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹਾਂਗੇ। ਮੈਨੂੰ ਮਨਜੀਤ ਸਿੰਘ ਫੇਰੂਮਾਨ ਨੂੰ ਐਡਮਿੰਟਨ ਸਟੂਡੀਓ ਤੋਂ ਦਿਓ ਜੀ ਇਜਾਜ਼ਤ। ਧੰਨਵਾਦ।